ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਠਕ ਵਿੱਚ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਧੰਨਵਾਦ ਜੋ ਆਪਣਾ ਸਮਾਂ ਕੱਢ ਕੇ ਗੁਰਬਾਣੀ ਨਾਲ ਸਾਂਝ ਪਾਉਂਦੇ। ਪਿਛਲੀ ਬੈਠਕ ਦੇ ਵਿੱਚ ਅਸੀਂ ਧਰਮਖੰਡ ਔਰ ਗਿਆਨਖੰਡ ਬਾਰੇ ਡਿਟੇਲ ਦੇ ਵਿੱਚ ਵਿਚਾਰ ਕੀਤੀ ਸੀ। ਭਾਵੇਂ ਵਿਚਾਰ ਆਪਾਂ ਆਪਣੇ ਜਪ ਬਾਣੀ ਦੇ ਪ੍ਰਕਰਨ ਵਿੱਚ ਜਿਹੜਾ ਅਸੀਂ ਕਈ ਹਫ਼ਤਿਆਂ ਤੋਂ ਕਰਦੇ ਆ ਰਹੇ ਸੀ ਉਹਦੇ 'ਚ ਵਿਚਾਰ ਲਿਆ ਸੀ, ਲੇਕਿਨ ਕੁਝ ਸੱਜਣਾਂ ਨੇ ਕਿਹਾ ਵੀ ਇਹਨਾਂ ਨੂੰ ਡੀਟੇਲ ਦੇ ਵਿੱਚ ਆਪਾਂ ਵਿਚਾਰੀਏ। ਸੋ ਆਪਾਂ ਕਾਫੀ ਡੀਟੇਲ ਦੇ ਵਿੱਚ ਧਰਮਖੰਡ ਤੇ ਗਿਆਨਖੰਡ ਦੇ ਵਿਚਾਰ ਕਰਕੇ ਆਏ ਪਿੱਛੇ। ਧਰਮਖੰਡ ਹੁਣ ਸਮਰਾਈਜ਼ ਇੱਕ ਵਾਰੀ ਆਪਾਂ ਕਰ ਲਈਏ। ਇਹ ਧਰਮਖੰਡ ਜਿਹੜਾ ਹੈ ਉਹ ਕੋਈ ਵੱਖਰੀ ਜਗ੍ਹਾ ਨਹੀਂ ਹੈ ਸਾਡੇ ਤੋਂ। ਧਰਮਖੰਡ ਇੱਥੇ ਹੀ ਹੈ, ਪ੍ਰੈਜ਼ੈਂਟ, ਜਿੱਥੇ ਅਸੀਂ ਹਾਂ। ਕਿਉਂਕਿ ਜਿਹੜੇ ਖੰਡ ਵਿੱਚ ਅਸੀਂ ਵਿਚਰ ਰਹੇ ਹਾਂ ਉਹੀ ਧਰਮਖੰਡ। ਕਿਉਂਕਿ ਜ਼ਿਕਰ ਆ ਰਿਹਾ ਦਿਨ ਰਾਤ, ਰੁੱਤਾਂ, ਡੇਟਸ, ਡੇਜ਼, ਦੈਨ ਪਵਨ, ਪਾਣੀ, ਅਗਨੀ, ਪਤਾਲ, ਜੰਮਣ ਮਰਨ ਵਾਲੇ ਜੀਵ, ਉਹਨਾਂ ਦੇ ਲਾਈਫ ਸਟਾਈਲ, ਉਹਨਾਂ ਦੇ ਰੂਪ, ਉਹਨਾਂ ਦੇ ਨਾਮ, ਉਹਨਾਂ ਤੇ ਹੋਣ ਵਾਲਾ ਕਰਮ ਜਿਹਦੇ ਨਾਲ ਉਹ ਬੰਦਗੀ ਕਰਦੇ ਆ, ਇਹ ਸਭ ਬਾਰੇ ਆਪਾਂ ਜ਼ਿਕਰ ਕੀਤਾ। ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਭੀ ਪੰਜ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਇਆਂ ਜਾਪੈ ਜਾਏ। ਚਾਰ ਪਦਾਰਥਾਂ ਨਾਲ ਵੀ ਇਹਦਾ ਸੰਬੰਧ ਹੈ, ਚਾਰ ਲਾਵਾਂ ਦੇ ਨਾਲ ਵੀ ਇਹਦਾ ਰਿਲੇਸ਼ਨ ਹੈ। ਜਿੱਦਾਂ ਇੱਕ ਬੱਚਾ ਜਾਂਦਾ ਇਸ ਦੁਨੀਆ ਚ ਆਉਂਦਾ, ਜਨਮ ਪਦਾਰਥ, ਆਪਾਂ ਪਹਿਲਾਂ ਕਾਫੀ ਵਾਰੀ ਇਹ ਟੌਪਿਕ ਛੋਇਆ ਹੈ, ਲੇਕਿਨ ਆਪਾਂ ਇਹਨੂੰ ਡੀਟੇਲ ਚ ਨਹੀਂ ਕੀਤਾ ਵੱਖਰਾ ਕਰਕੇ। ਹਾਂ, ਛੋਇਆ ਜ਼ਰੂਰ ਹੈ, ਕਨਸੈਪਟ ਕਲੀਅਰ ਜ਼ਰੂਰ ਹੋਇਆ। ਏਦਾਂ ਹੀ ਅਸੀਂ ਇਸ ਖੰਡ ਦੇ ਵਿੱਚ ਆਏ ਹਾਂ ਜਿੱਥੇ ਆ ਕੇ ਅਸੀਂ ਵਿਚਰਨਾ ਹੈ। ਔਰ ਇੱਥੋਂ ਹੀ ਅੱਗੇ ਜਦੋਂ ਬੱਚਾ ਵੱਡਾ ਹੁੰਦਾ ਉਹ ਫਿਰ ਐਜੂਕੇਸ਼ਨ ਲੈਣੀ ਸ਼ੁਰੂ ਕਰਦਾ। ਏਦਾਂ ਹੀ ਅਸੀਂ ਦੂਸਰੇ ਖੰਡ ਦੇ ਵਿੱਚ ਗਿਆਨ ਪਦਾਰਥ ਦੀ ਗੱਲ ਕੀਤੀ ਹੈ। ਗਿਆਨ ਖੰਡ ਦੇ ਵਿੱਚ क्लोजिंग लाइन है पिछले धर्मखंड का एहो धर्म जड़ा ऊपर या पीछे डिस्कस करके आ रहे हैं आप। ਇਹਦੇ ਬਾਅਦ ਸ਼ੁਰੂ ਹੁੰਦਾ ਹੈ ਗਿਆਨ ਖੰਡ, ਐਜੂਕੇਸ਼ਨ। ਇਹ ਵੀ ਆਪਾਂ ਬਹੁਤ ਡੀਟੇਲ ਦੇ ਵਿੱਚ ਵਿਚਾਰ ਲਿਆ। ਪਿਛਲੀ ਵਾਰੀ ਬੇਨਤੀ ਕੀਤੀ ਸੀ ਵੀ ਜੇ ਕੋਈ ਕਿਸੇ ਦਾ ਸ਼ੱਕ ਸ਼ੁਬਾ ਜਾਂ ਸਵਾਲ ਹੋਵੇ ਉਹ ਰੱਖੋ, ਲੇਕਿਨ ਕਿਸੇ ਦਾ ਸਵਾਲ ਨਹੀਂ ਆਇਆ। ਹਲੇ ਵੀ ਚਾਂਸ ਗਾਂ ਵੀ ਰਹੇਗਾ।
ਕੋਈ ਵੀ ਚੀਜ਼ ਜੇਕਰ ਕਲੀਅਰ ਨਹੀਂ ਹੁੰਦੀ ਤਾਂ ਉਹਨੂੰ ਜ਼ਰੂਰ ਆਪਾਂ ਇੱਥੇ ਵਿਚਾਰਾਂਗੇ। ਹੁਣ ਗਿਆਨ ਮੰਡਲਾਂ ਤੋਂ ਉੱਚੀ ਉਡਾਰੀ ਜਿਹੜੀ ਅੱਗੇ ਚੱਲਣੀ ਹੈ, ਉਹ ਚੱਲਣੀ ਹੈ ਸਰਮਖੰਡ। ਗਿਆਨ ਲੈ ਲਿਆ, ਹੁਣ ਉਸ ਗਿਆਨ ਨੂੰ ਅਮਲ 'ਚ ਲੈ ਕੇ ਆਉਣਾ, ਉਹਦੇ ਲਈ ਫਿਰ ਮਿਹਨਤ ਕਰਨੀ ਪਏਗੀ। ਸਰਮ ਦਾ ਲਫ਼ਜ਼ ਹੀ ਮਸ਼ੱਕਤ, ਮਿਹਨਤ ਹੈ, ਕਮਾਈ ਜਿਹਨੂੰ ਆਪਾਂ ਕਹਿੰਦੇ ਆ। ਬੱਚਾ ਆਇਆ ਇਸ ਦੁਨੀਆ ਤੇ, ਜਨਮ ਪਦਾਰਥ ਅਕਾਲ ਪੁਰਖ ਨਹੀਂ ਦੇਤਾ, ਅੱਗੇ ਐਜੂਕੇਸ਼ਨ ਹੈ, ਹੁਣ ਇੱਥੇ ਗਿਆਨ ਦੇ ਬਾਅਦ ਮਿਹਨਤ ਹੈ ਕਿ ਉਹ ਗਿਆਨ ਆਪਾਂ ਜਿਹੜਾ ਇਕੱਠਾ ਕੀਤਾ ਉਹ ਫਿਰ ਜਾਂ ਦੁਨੀਆ ਨੂੰ ਸੁਣਾਉਣ ਜੋਗਾ ਹੀ ਹੈ, ਜਾਂ ਕਿਤਾਬਾਂ ਲਿਖਣ ਜੋਗਾ ਹੀ ਹੈ, ਜਾਂ ਡਿਸਕਸ਼ਨਸ ਕਰਨ ਜੋਗਾ ਹੀ ਹੈ, ਜਾਂ ਗੁਰਦੁਆਰੇ ਜਾ ਕੇ ਲੈਕਚਰਸ ਕਰਨ ਜੋਗਾ ਹੀ ਹੈ ਗਿਆਨ। ਬਸ ਉਹ ਕੀਤਾ ਤੇ ਖਤਮ, ਵੀ ਮੈਨੂੰ ਬੜਾ ਗਿਆਨ ਹੈ ਜੀ, ਲੈ ਆਹ ਚੀਜ਼ ਤੇ ਮੈਨੂੰ ਪਤਾ, ਆਹ ਚੀਜ਼ ਮੈਨੂੰ ਪਤਾ। ਇਹ ਕਿਤੇ ਹੰਕਾਰ ਨਾ ਬਣ ਜੇ। ਇਹਨੂੰ ਸਵੰਤੀ ਬੂੰਦ ਵਾਂਗੂ ਅਸੀਂ ਅੰਦਰ ਲੈ ਕੇ ਜਾਣਾ। ਇਹੋ ਗਿਆਨ ਜੇ ਬਬੀਹੇ ਦੇ ਮੂੰਹ 'ਚ ਪੈ ਜੇ, ਬਬੀਹਾ ਤਿਰਬਕ ਜਾਂਦਾ। ਪਹਿਲਾਂ ਵੀ ਦੱਸਿਆ ਸੀ, ਦੁਬਾਰਾ ਵੀ ਰਿਪੀਟ ਕਰਦਾ ਕਿਉਂਕਿ ਐਗਜ਼ਾਮਪਲ ਬੜੀ ਇੰਪੋਰਟੈਂਟ। ਤੇ ਜੇ ਇਹੋ ਗਿਆਨ ਗਿੱਦੜ ਦੇ ਮੂੰਹ 'ਚ ਪੈ ਜੇ, ਉਹਨੂੰ ਹਲਕ ਹੋ ਜਾਂਦਾ, ਹਲਕਾ ਜਾਂਦਾ। ਸੋ ਇਹ ਜੇਕਰ ਗਿਆਨ ਦਾ ਹੰਕਾਰ ਆ ਗਿਆ ਕਿ ਮੈਨੂੰ ਬੜੀ ਨੌਲੇਜ ਹੈ ਜੀ, ਬਹੁਤ ਗਿਆਨ ਮੈਂ ਇਕੱਠਾ ਕੀਤਾ, ਮੈਨੂੰ ਆ ਵੀ ਪਤਾ, ਮੈਨੂੰ ਆ ਵੀ ਪਤਾ, ਇਹ ਫਿਰ ਹਲਕਾ ਹੋ ਜੂ, ਮਿਹਨਤ ਨਹੀਂ ਹੋਣੀ। ਫਿਰ ਇਹ ਹੰਕਾਰ ਚੜ ਜੂ। ਹੁਣ ਆਪਣਾ ਜਿਹੜਾ ਵਿਸ਼ਾ ਸ਼ੁਰੂ ਹੋ ਰਿਹਾ ਹੈ ਸਰਮਖੰਡ ਦਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਗਿਆਨ ਖੰਡ ਵਿੱਚ ਗਿਆਨ ਦਾ ਸੂਰਜ ਵਰਗਾ ਪ੍ਰਤਾਪ ਹੈ। ਤਿੱਥੈ ਨਾਦ ਵਿਨੋਦ ਕੋਡ ਆਨੰਦ। ਉਸ ਅਵਸਥਾ ਵਿੱਚ, ਉਸ ਸਟੇਜ ਦੇ ਵਿੱਚ ਅਨਹਦ ਸ਼ਬਦ, ਵਿਸ਼ਮਾਦ, ਵਿਸਮਾਦ, ਕ੍ਰਿਸ਼ਮੇ ਤੇ ਆਨੰਦ ਹੀ ਆਨੰਦ ਹੈ। ਕਿਉਂਕਿ ਪਤਾ ਲੱਗ ਗਿਆ ਨਾ। ਕੀ ਪਤਾ ਲੱਗਿਆ? ਕਿ ਆ ਰੱਬ ਦੀ ਸਿਫਤ ਸਲਾਹ ਹੈ, ਵਿਵੇਕ ਬੁੱਧੀ ਲਈ ਨਾਮ ਜਪਣਾ ਹੀ ਸਭ ਸ੍ਰੇਸ਼ਟ ਹੈ। ਕਿੰਨੇ ਗਿਆਨੀ ਲੋਕ ਨੇ, ਪਿੱਛੇ ਜ਼ਿਕਰ ਆਇਆ ਸੀ ਨਾ, ਕ੍ਰਿਸ਼ਨ ਕਨਈਏ ਬਰਮਾ, ਕਿੰਨੀਆਂ ਕਰਮ ਭੂਮੀਆਂ ਨੇ ਜਿੱਥੇ ਜੀਵਨ ਹੈ। ਕਿੰਨੇ ਪਰਬਤ ਨੇ, ਕਿੰਨੇ ਧਰੂਵ ਵਰਗੇ ਭਗਤ ਨੇ, ਕਿੰਨੇ ਉਹਨਾਂ ਨੂੰ ਉਪਦੇਸ਼ ਦੇਣ ਵਾਲੇ ਨੇ, ਇੰਦਰ, ਚੰਦ, ਸੂਰਜ, ਕਿੰਨੇ ਹੀ ਮੰਡਲ ਦੇਸ਼, ਕਿੰਨੇ ਹੀ ਸਿੱਧ ਸਾਧਕ, ਬੁੱਧ, ਜੋਗੀ, ਦਿਵ ਦ੍ਰਿਸ਼ਟੀ ਵਾਲੇ ਭਗਤ, ਕਿੰਨੇ ਹੀ ਦੇਵਤੇ, ਰਾਖਸ਼, ਰਿਸ਼ੀ ਮੁਨੀ, ਕਿੰਨੇ ਰਤਨਾਂ ਦੇ ਸਾਗਰ, ਚਾਰ ਖਾਣੀਆਂ, ਅੰਡਜ, ਜੇਰਜ, ਸੇਤਜ, ਉਤਪੁਜ, ਕਿੰਨੀਆਂ ਹੀ ਸੁਰਤੇ ਅਭਿਆਸੀ ਰੂਹਾਂ,
ਸੁਰਤ ਮਾਰਗ ਦੇ ਪਾਂਦੀ ਸੇਵਕ। ਗਿਆਨ ਖੰਡ ਦਾ ਕੋਈ ਹੱਦ ਬੰਨਾ ਨਹੀਂ। ਜਿਸ ਤਰ੍ਹਾਂ ਅਕਾਲ ਪੁਰਖ ਬੇਅੰਤ ਹੈ, ਇਸ ਤਰ੍ਹਾਂ ਗਿਆਨ ਵੀ ਬੇਅੰਤ ਹੈ। ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ, ਕੀਤੀਆਂ ਸੁਰਤੀ, ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਕੋਈ ਅੰਤ ਨਹੀਂ ਉੱਥੇ। ਗਿਆਨ ਦਾ ਕੋਈ ਅੰਤ ਨਹੀਂ। ਜਿੰਨਾ ਮਰਜ਼ੀ ਇਕੱਠਾ ਕਰੀ ਚੱਲੋ, ਪੜ੍ਹੀ ਚੱਲੋ, ਲੇਕਿਨ ਗੱਲ ਉਦੋਂ ਬਣਨੀ ਹੈ ਜਦੋਂ ਉਹਦੇ ਤੇ ਅਮਲ ਹੋਣਾ ਆਰੰਭ ਹੋ ਜਾਣਾ। ਜਦੋਂ ਉਹਦੇ ਤੇ ਅਮਲ ਹੋਣਾ ਆਰੰਭ ਹੋ ਜਾਣਾ। ਇਸ ਗਿਆਨ ਦੇ ਨਾਲ ਹੀ ਅਸੀਂ ਗਿਆਨ ਇਕੱਠਾ ਕਰਕੇ, ਗਿਆਨ ਭਾਵ ਸੋਝੀ ਲੈ ਕੇ ਮਿਹਨਤ ਕਰਨੀ ਹੈ। ਮਿਹਨਤ ਕਰਨੀ ਹੈ। ਇਹ ਗਿਆਨ ਨੇ ਸਾਨੂੰ ਦ੍ਰਿੜ ਕਰਾ ਦੇਣਾ, ਪੱਕਾ ਕਰਾ ਦੇਣਾ ਕਿ ਅਗਮ ਅਗਾਧ ਸੁਨੋ ਜਨ ਕਥਾ। ਉਹ ਜਿਹੜਾ ਇਨਐਕਸੈਸਿਬਲ ਹੈ, ਜਿਹੜਾ ਅਨਫੈਥੋਮੇਬਲ ਹੈ, ਅਗਮ ਹੈ, ਅਗਾਧ ਹੈ, ਜਿਹੜਾ ਅਥਾਹ ਹੈ, ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਉਸ ਪਰਮਾਤਮਾ ਦੀ ਗੱਲ ਸੁਣੋ। ਉਹਦੇ ਬਾਰੇ ਗੱਲਾਂ ਸੁਣੋ। ਇਹ ਗਿਆਨ ਨੇ ਕਹਿਣਾ ਪਾਰ ਬ੍ਰਹਮ ਕੀ ਅਚਰਜ ਸਭਾ। ਉਸ ਪਰਮਾਤਮਾ ਦੀ ਜਿਹੜੀ ਸਭਾ ਹੈ, ਜਿਹੜਾ ਦਰਬਾਰ ਹੈ, ਉਹ ਹੈਰਾਨ ਕਰ ਦੇਣ ਵਾਲਾ ਹੈ। ਅਚਰਜ ਵਿੱਚ ਬੰਦਾ ਪੈ ਜਾਂਦਾ ਵੀ ਹੈ ਕੀ ਹੈ। ਇਹ ਮੈਂ ਆਮ ਗੱਲ ਨਹੀਂ ਕਰ ਰਿਹਾ ਵੀ ਗੁਰਦੁਆਰੇ ਜਾ ਕੇ ਮੱਥਾ ਟੇਕ ਲਿਆ, ਬਹਿ ਕੇ ਕੀਰਤਨ ਸੁਣ ਲਿਆ, ਲੰਗਰ ਛਕ ਲਿਆ, ਵਾਪਸ ਆ ਗਏ, ਫਿਰ ਹਫਤਾ ਆਪਾਂ ਕੰਮਕਾਰ ਚ ਲੱਗ ਗਏ, ਪੈਸੇ ਬਣਾਉਣ ਚ ਲੱਗ ਗਏ, ਮਾਇਆ ਚ ਆ ਗਏ, ਫਿਰ ਘੰਟਾ ਲਾ ਲਿਆ ਅਗਲੇ ਸੰਡੇ, ਉਹੀ ਸਰਕਲ। ਇਹ ਮੈਂ ਉਸ ਦੀ ਗੱਲ ਨਹੀਂ ਕਰ ਰਿਹਾ। ਇਹ ਜਦੋਂ ਗਿਆਨ ਤੇ ਅਮਲ ਕਰ ਕਰਕੇ, ਪ੍ਰੇਮਾ ਭਗਤੀ ਕਰ ਕਰਕੇ ਅਭਿਆਸੀ ਉੱਥੋਂ ਤੱਕ ਪਹੁੰਚਦਾ ਹੈ ਜਦੋਂ ਸੁਣਨ ਦੀ ਅਵਸਥਾ ਤੱਕ ਆ ਜਾਵੇ। ਕੰਨਾਂ ਦੇ ਵਿੱਚ ਉਹ ਅਨਹਦ ਧੁਨੀ ਸ਼ਬਦ ਗੂੰਜਣ ਲੱਗ ਜਾਏ, ਅਗਮ ਅਗਾਧ ਸੁਨੋ ਜਨ ਕਥਾ, ਪਾਰ ਬ੍ਰਹਮ ਕੀ ਅਚਰਜ ਸਭਾ। ਸਾਰੰਗ ਮਹੱਲਾ ਪੰਜਵਾਂ, ਅਸ਼ਟਪਦੀ ਘਰ ਛੇਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਹਿਲੀ ਤੋਕੀ ਰਹਾਉ ਦੀ ਹੈ। ਉਸ ਕਰਤੇ ਪੁਰਖ ਦੀ, ਪ੍ਰਭੂ ਦੀ ਜਿਹੜੀ ਹੈਰਾਨ ਕੁਨ ਕਰ ਦੇਣ ਵਾਲੀ ਸਭਾ ਹੈ, ਕਚਹਿਰੀ ਹੈ, ਦਰਬਾਰ ਹੈ, ਉਹਦੇ ਬਾਰੇ ਪਤਾ ਲੱਗਣਾ ਆਰੰਭ ਹੁੰਦਾ। ਕਿੱਥੋਂ? ਗਿਆਨ ਖੰਡ ਚੋਂ। ਗਿਆਨ ਲਿਆ ਨਾ, ਗਿਆਨ ਕਰ ਕਰਕੇ ਮਿਹਨਤ ਕਰ ਰਿਹਾ। ਕੀ ਗਿਆਨ? ਗਿਆਨ ਨੇ ਦੱਸਿਆ ਕੀ ਸਾਨੂੰ? ਗਿਆਨ ਕਹਿੰਦਾ ਵੀ ਹੋਰ ਕੋਈ ਚਾਰਾ ਨਹੀਂ ਹੈ। ਸਦਾ ਸਦਾ ਸਤਿਗੁਰ ਨਮਸਕਾਰ। ਜਿਹੜਾ ਉਹ ਬੇਅੰਤ ਹੈ, ਜਿਹੜਾ ਅਗੰਮ ਹੈ, ਜਿਹੜਾ ਅਗਾਧ ਹੈ, ਉਸ ਦੀ ਇਬਾਦਤ
सदा सदा वास्ते कर। नमस्कार हाथ जोड़ के खलोना नहीं है, या हाथ जोड़ के नमस्ते कहना नहीं है। नमस्कार क्लियर हो गया आगे। गुर कृपा ते गुण गाए अपार, सदा सदा सतगुर नमस्कार। किस तरह? गुर कृपा ते गुण गाए अपार, बेअंत बेअंत गुण, बेअंत वरी अकाल पुरख दे नाम दा कहना। नतीजा की निकलेगा? ये ज्ञान दस रहा है, कहना मन भीतरे होवे प्रगास, अंदरे, बाहर नहीं। बाहर ते बथेरा सूरज चढ़िया, बथेरा चानना, अंदर है नेरा। नेरा अंदर है, ਉਹਦੇ ਬਾਰੇ ਸੋਚਣਾ ਅਸੀਂ। ਜਿਉਂ-ਜਿਉਂ ਨਾਮ ਦੀ ਕਮਾਈ ਕਰਾਂਗੇ, ਇਹ ਜਿਹੜਾ ਹਨੇਰਾ ਹੈ ਇਹ ਸਾਡੇ ਅੰਦਰੋਂ ਦੂਰ ਹੋਏਗਾ। ਇਹ ਹਨੇਰਾ ਕਾਹਦਾ ਹੈ? ਅਗਿਆਨਤਾ ਦਾ। ਅਲਬਰਟ ਆਇਨਸਟਨ ਨੇ ਇੱਕ ਕੋਟ ਲਿਖਿਆ ਸੀ, ਉਹ ਲਿਖਦਾ ਹੈ ਕਿ the world is a dangerous place to live. Not because of the people who are evil, but because of the people who don't do anything about it. ਗਿਆਨ ਲੈ ਕੇ ਸੱਚ ਦਾ ਹੋਕਾ ਦੇਣਾ ਇਹ ਫਰਜ਼ ਹੈ, ਇਹ ਸਾਡਾ ਫਰਜ਼ ਹੈ। ਜੇਕਰ ਪਤਾ ਲੱਗਿਆ ਉਹਦੀ ਸਾਂਝ ਪਾਉਣੀ ਸਾਡਾ ਫਰਜ਼ ਹੈ, ਸਾਡੀ ਡਿਊਟੀ ਹੈ। ਮਨ ਭੀਤਰ ਹੋਵੇ ਪ੍ਰਗਾਸ, ਮਨ ਦੇ ਅੰਦਰ ਪ੍ਰਕਾਸ਼ ਹੋਣਾ, ਚਾਨਣ ਹੋਣਾ। ਗਿਆਨ ਅੰਜਨ ਅਗਿਆਨ ਵਿਨਾਸ਼। ਗੁਰੂ ਦੀ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ, ਗੁਰਪ੍ਰਸਾਦ ਦੁਆਰਾ ਆਤਮਿਕ ਜੀਵਨ ਦੀ ਸੂਝ ਜਿਹੜੀ ਮਿਲਦੀ ਹੈ, ਉਹ ਜਿਹੜੀ ਸੂਝ ਹੈ ਉਹ ਬੇਸਮਝੀ ਦਾ ਨਾਸ ਕਰ ਦਿੰਦੀ ਹੈ, ਅਗਿਆਨਤਾ ਦਾ ਨਾਸ ਕਰ ਦਿੰਦੀ ਹੈ। अगम अगाध सुनो जन कथा, पार ब्रह्म की अचरज सभा। गुण गाने हैं, गाਉਂਦੇ ਗਾਉਂਦੇ ਨਾਲ ਸੁਣਨੇ ਵੀ ਪੈਣੇ ਆ। ਇਹਨੂੰ ਕਹਿੰਦੇ ਆ ਧਿਆਨ। ਮੂੰਹ ਨਾਲ ਬੋਲੀ ਗਏ, ਸੁਣਿਆ ਨਾ, ਠੀਕ ਹੈ ਆਪਾਂ ਕਰ ਰਹੇ ਹਾਂ, ਲੇਕਿਨ ਉਹ ਫਲ ਨਹੀਂ ਲੱਗਣਾ ਜਿਹੜਾ ਅਕਾਲ ਪੁਰਖ ਚਾਹੁੰਦਾ ਹੈ। ਜਿਹੜੇ ਪਰਮਾਤਮਾ ਦਾ ਇਹ ਸਭ ਪਸਾਰਾ ਬਣਾਇਆ ਹੋਇਆ, ਉਹਦੀ ਸਮਰੱਥਾ ਦਾ ਕੋਈ ਹੱਦ ਬੰਨਾ ਨਹੀਂ ਹੈ, ਕੋਈ ਅੰਦਾਜ਼ਾ ਨਹੀਂ ਹੈ। ਉਹਨੂੰ ਕੋਈ ਮੈਜਰ ਨਹੀਂ ਕਰ ਸਕਦਾ। ਉਹਦੀ ਵਡਿਆਈ ਬੇਅੰਤ ਹੈ। ਉਹਨੇ ਅਨੇਕਾਂ ਹੀ ਚੋਜ ਤਮਾਸ਼ੇ ਜਿਹੜੇ ਗਿਣੇ ਨਹੀਂ ਜਾ ਸਕਦੇ। ਉਹ ਪਰਮਾਤਮਾ ਖੁਸ਼ੀ ਗਮੀ ਤੋਂ ਦੂਰ ਹੈ। ਮਿਤ ਨਾਹੀ ਜਾਕਾ ਵਿਸਥਾਰ, ਸੋਭਾ ਤਾਕੀ ਅਪਰਪਾਰ। ਅਨਕ ਰੰਗ ਜਾਕੇ ਗਨੇ न जाहे,
हरख सोग, सोग हरख दो हूं मैं नाहे। अनक ब्रह्मे जाके वेद धुन करें, अनक महेश बैस ध्यान धरें। अनक पुरख अंसा अवतार, अनक इंद्र उबे दरबार। ज्ञान है, ज्ञानी लोगों का जिक्र है। अनक पवन पावक अर नीर, ਜਿਹੜੀ ਚੀਜ਼ ਧਰਮਖੰਡ ਚ ਹੈ ਉਹ ਗਿਆਨ ਚ ਵੀ ਹੈ, ਉਹਨੂੰ ਵੀ ਜਾਣਿਆ। ਅਨਕ ਸੂਰ ਸਸੀਰ ਨਖਿਆਤ, ਉਹਦੇ ਬਣਾਏ ਹੋਏ ਅਨੇਕਾਂ ਸੂਰਜ ਚੰਦਰਮਾ ਤਾਰੇ ਨੇ। ਅਨਕ ਦੇਵੀ ਦੇਵਾ ਬਹੁ ਭਾਂਤ, ਅਨਕ ਬਸੁਦਾ ਅਨਕ ਕਾਮ ਧੇਨ। ਸ਼ਬਦ ਥੋੜਾ डिटेल ਚ ਹੈ, ਇਹ ਖੋਜੀ ਜਨਾਂ ਨੇ ਸ਼ਬਦ ਨੋਟ ਕਰ ਲੈਣਾ ਔਰ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਅਨਕ ਪਾਰ ਜਾਤ ਅਨਕ ਮੁਖ ਬੇਨ, ਮੁਖ ਬੇਨ ਜਿਹੜੇ ਮੂੰਹ ਨਾਲ ਬੰਸਰੀ ਵਜਾਉਂਦੇ ਆ, ਕ੍ਰਿਸ਼ਨ ਦਾ ਜ਼ਿਕਰ ਹੈ। ਪਾਰ ਜਾਤ ਜਿਹੜੇ ਰੁੱਖ ਦਾ ਜ਼ਿਕਰ ਹੈ। ਅਨਕ ਆਕਾਸ਼ ਅਨਕ ਪਾਤਾਲ, ਅਨਕ ਮੁਖੀ ਜਪੀਐ ਗੋਪਾਲ। ਅਨਕ ਸ਼ਾਸਤਰ ਸਿਮਰਤ ਪੁਰਾਨ, ਅਨਕ ਜੋਗ ਹੋਵਤ ਬਖਿਆਨ। ਅਨਕ ਸਰੋਤੇ ਸੁਨੇ ਨਿਧਾਨ, ਸਰਬ ਜੀ ਪੂਰਨ ਭਗਵਾਨ। ਅਨਕ ਧਰਮ ਅਨਕ ਕੁਮੇਰ, ਉਹ ਪਰਮਾਤਮਾ ਦੇ ਪੈਦਾ ਕੀਤੇ ਹੋਏ ਸਾਜੇ ਹੋਏ ਧਰਮਰਾਜ ਨੇ। ਉਹਦੇ ਪੈਦਾ ਕੀਤੇ ਹੋਏ ਕਿੰਨੇ ਹੀ ਕੁਬੇਰ ਨੇ। ਕੁਬੇਰ ਇਹਨੂੰ ਧਨ ਦਾ ਦੇਵਤਾ ਕਹਿੰਦੇ ਆ। ਅਨਕ ਬਰਨ ਅਨਕ ਬਰਨ ਅਨਕ ਕਨਕ ਸੁਮੇਰ, ਅਨੇਕਾਂ ਸਮੁੰਦਰ, ਅਨੇਕਾਂ ਸੁਮੇਰ ਪਰਬਤ। ਅਨਕ ਸ਼ੇਖ ਨਵਤਨ ਨਾਮ ਲੈ, ਉਹਦੇ ਬਣਾਏ ਹੋਏ ਅਨੇਕਾਂ ਸ਼ੇਸ਼ ਨਾਗ ਨੇ ਜਿਹਦੀਆਂ 100 ਜੀਭਾਂ ਨੇ। ਸਹਿਸ ਫਨੀ ਜਪਿਓ ਸ਼ੇਖ ਨਾਗ, ਪਾਰ ਬ੍ਰਹਮ ਕਾ ਅੰਤ ਨ ਤੇ। ਇਹ ਗਿਆਨ ਲੈ ਲਓ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਨਕ ਪੁਰੀਆਂ ਅਨਕ ਤਹਿ ਖੰਡ, ਅਨਕ ਰੂਪ ਰੰਗ ਬ੍ਰਹਮੰਡ। ਅਨਕ ਬਨਾ ਅਨਕ ਫਲ ਮੂਲ, ਆਪੇ ਸੂਖਮ ਆਪੇ ਸਥੂਲ। अनक जुगाद दिनस अर रात, अनक परलो अनक उत्पात। अनक जियां के ग्रह माहे, रमत राम पूरन सरब ठाए। अनक माया जाकी लखी न जाए, अनक कला खेले हर राय। अनक धुनत ललत संगीत, अनक गुप्त प्रगटे तह चीत। सब ते ऊच भगत जाकै संग, आठ पहर गुण गावे रंग। अनक अनाहद आनंद चुनकार, ओआ रस का कछ अंत न पार। कोई अंत नहीं है उस आनंद का, कोई परला बनना नहीं है। पर जे ये अवस्था हासिल हो जाए तो सतपुरख सत अस्थान, ऊच ते ऊच निर्मल निर्वाण। अपना किया जाने आप, आपे घट घट रहो व्याप। कृपा निधान नानक दयाल, जिन जपया नानक ते भये निहाल। जिन्हें धर्मखंड जिहड़ा प्रेजेंट है इत्थे, धर्मखंड दी ही इंपॉर्टेंस दसी गया, ओदी महानता दसी गया, वो भी निहाल नहीं है। जिहड़ा ज्ञान की महानता दसी गया भी ये ब्रह्म ज्ञान है, इच आ है, इच आ है, वो भी निहाल नहीं है। निहाल कौन है? जिन्हें जपिया नानक ते भये निहाल। जपना पैना। ज्ञान कल्ला हेल्प नहीं करेगा, धर्मखंड की जानकारी हेल्प नहीं करेगी। ज्ञान दे उत्ते अमल जिहड़ा है वो हेल्प करेगा।
ਹੁਣ ਗਿਆਨ ਇਕੱਠਾ ਕਰ ਲਿਆ, ਗਿਆਨ ਲੈ ਰਹੇ ਆ ਆਪਾਂ ਥੋੜਾ ਥੋੜਾ ਮਹਾਰਾਜ ਦੀ ਬਖਸ਼ਿਸ਼ ਦੇ ਨਾਲ। ਹੁਣ ਇੱਥੇ ਮਿਹਨਤ ਕਰੀਏ, ਇਹਨੂੰ ਥੋੜਾ ਜਿਹਾ ਗਾਂਹ ਚੱਲੀਏ, ਹੁਣ ਇਹਦੇ ਤੋਂ ਅੱਗੇ ਚੱਲੀਏ। ਸਰਮਖੰਡ ਕੀ ਬਾਣੀ ਰੂਪ, ਸਰਮਖੰਡ ਦੇ ਵਿੱਚ ਸ਼ਬਦ, ਇੱਕ ਸ਼ਬਦ ਜਿਹੜਾ, एक शब्द मेरे प्राण बस्त है, बहुत जन्म ना आवा, तेरा कवन गुरु, तेरा कवन गुरु, किसका तू चेला, शब्द गुरु सुरत धुन चेला। ਸਰਮਖੰਡ ਦੇ ਵਿੱਚ ਕਿਉਂਕਿ ਮਿਹਨਤ ਹੋਣੀ ਹੈ, ਇੱਥੇ ਗਿਆਨ ਇਕੱਠਾ ਕਰ ਲਿਆ, ਮਿਹਨਤ ਕਾਦੀ ਹੋਣੀ ਹੈ? ਜਿਨ ਜਪਿਆ ਤੇ ਭਏ ਨਿਹਾਲ, ਇੱਥੇ ਜਪਣ ਦੀ ਮਿਹਨਤ ਹੋਣੀ ਹੈ, ਨਾਮ ਅਭਿਆਸ ਦੀ ਮਿਹਨਤ ਹੋਣੀ ਹੈ। ਕਾਫੀ ਵੱਡਾ ਸ਼ਬਦ ਹੈ, ਸਾਰਾ ਸ਼ਬਦ ਹੀ ਇਹਨਾਂ ਨਾਲ, ਇਹਨਾਂ ਚੀਜ਼ਾਂ ਨਾਲ ਰਿਲੇਟਡ ਹੈ, ਜਿਹੜਾ ਪਿੱਛੇ ਆਪਾਂ ਪੜ੍ਹ ਕੇ ਆਏ ਆ। ਜਿਨ ਜਪਿਆ ਨਾਨਕ ਤੇ ਭਏ ਨਿਹਾਲ। ਜਪਣ ਤੋਂ ਬਿਨਾ ਕਿਸੇ ਗੱਲ ਦਾ ਕੋਈ ਫਾਇਦਾ ਨਹੀਂ ਹੈ। ਅਵਰ ਨਿਰਾ ਫਲ ਕਾਮਾ, ਫਲ ਕਿਹਨੂੰ ਲੱਗਣਾ? ਜਪ ਹੋ ਤਾਂ ਏਕੋ ਨਾਮਾ। ਇਹ ਬੜੀ ਸਿੰਪਲ ਹੈ, ਸਮਝ ਆਉਣ ਵਾਲੀ ਚੀਜ਼ ਹੈ, ਇਸੇ ਕਰਕੇ ਬਾਰ-ਬਾਰ ਰਿਪੀਟ ਕੀਤੀ ਜਾਂਦੀ ਹੈ। ਸਰਮਖੰਡ ਦੇ ਵਿੱਚ ਸ਼ਬਦ, ਸ਼ਬਦ ਦੀ ਧੁਨ ਤੇ ਨੂਰ ਦਾ ਪ੍ਰਕਾਸ਼ ਹੈ। ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ, ਇਸ ਅਵਸਥਾ ਵਿੱਚ, ਇਸ ਸਟੇਜ ਵਿੱਚ ਜੀਵਾਤਮਾ, ਜੀਵਾਤਮਾਵਾਂ ਬੜੀਆਂ ਲਾਸਾਨੀ, ਬੇਮਿਸਾਲ, ਅਨੁਪਮ, ਤਾਕੀਆਂ ਗੱਲਾਂ ਕਥੀਆਂ ਨਾ ਜਾਏ। ਪਰ ਇਹ ਜਿਹੜਾ ਨਜ਼ਾਰਾ ਹੈ ਕਥਿਆ ਨਹੀਂ ਜਾ ਸਕਦਾ, ਇਹਨੂੰ ਦਰਸਾਇਆ ਨਹੀਂ ਜਾ ਸਕਦਾ। कहते को शोभा नहीं, कहबे को शोभा नहीं, देखा ही परवान कबीर, चरण कमल की मौज को कह कैसे उन्मान। नाम ਦੀ ਕਮਾਈ ਕਰ ਕਰਕੇ ਜਦੋਂ ਮਨ ਉਸ ਅਵਸਥਾ ਦੇ ਵਿੱਚ ਟਿਕ ਜਾਂਦਾ ਹੈ, ਉਸ ਦਾ ਅੰਦਾਜ਼ਾ, ਉਹਦਾ ਅਨੁਮਾਨ, ਉਹਦੀ ਕੀਮਤ ਨਹੀਂ ਲਾਈ ਜਾ ਸਕਦੀ, ਪੋਸੀਬਲ ਹੀ ਨਹੀਂ ਹੈ। ਉਸ ਮੌਜ ਨੂੰ ਬਿਆਨ ਕਰਨਾ, ਜਿੱਥੇ ਜਾ ਕੇ ਨਾਮ ਦੇ ਵਿੱਚ ਮਨ ਟਿਕ ਜਾਂਦਾ ਹੈ, ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਏ। ਇਹ ਨਜ਼ਾਰੇ ਨੂੰ ਦਰਸਾਇਆ ਨਹੀਂ ਜਾ ਸਕਦਾ। ਇਸ ਨਜ਼ਾਰੇ ਨੂੰ ਦਰਸਾਇਆ ਨਹੀਂ ਜਾ ਸਕਦਾ। ਗੂੰਗੇ ਨੂੰ ਮਠਿਆਈ ਦੇ ਦਿਓ, ਉਹ ਸਿਰਫ ਖੁਸ਼ ਹੋ ਸਕਦਾ ਹੈ, ਸਿਰਫ ਤੇ ਸਿਰਫ ਖੁਸ਼ ਹੋ ਸਕਦਾ ਹੈ, ਉਸ ਸਵਾਦ ਬਾਰੇ ਦੱਸ ਨਹੀਂ ਸਕਦਾ। ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੈ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ
गूंगा मुस्का रहा है। आत्मक जीवन देन वाला नाम, नाम रस, ਉਹਦਾ ਹੁਲਾਰਾ, ਉਹਦਾ ਸਵਾਦ ਇਹ ਇਦਾਂ ਹੀ ਹੈ ਜਿਸ ਤਰ੍ਹਾਂ ਕੋਈ ਗੂੰਗਾ ਬੰਦਾ ਮਿੱਠਾ ਪਦਾਰਥ ਚੱਖ ਕੇ ਸਿਰਫ ਮੁਸਕਰਾ ਸਕਦਾ ਹੈ, ਹੱਸ ਸਕਦਾ ਹੈ, ਪਰ ਸਵਾਦ ਨੂੰ ਬਿਆਨ ਨਹੀਂ ਕਰ ਸਕਦਾ। ਫਿਰ ਇੱਕ ਥਾਂ ਹੋਰ ਕਿਹਾ, ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ, ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ। ਭਾਵ ਪਤਾ ਕੀ ਹੈ, ਜਿਹੜਾ ਇਨਸਾਨ ਮਿਹਨਤ ਕਰਕੇ ਇਸ ਅਵਸਥਾ ਤੱਕ ਪਹੁੰਚਦਾ ਉਹ ਫਿਰ ਚੁੱਪ ਹੋ ਜਾਂਦਾ। ਇਹ ਵੀ ਇੱਕ ਜੀਵਨ ਦਾ ਪੜਾਅ ਆਉਂਦਾ ਹੈ, ਉਹ ਫਿਰ ਚੁੱਪ ਕਰ ਜਾਂਦਾ, ਉਹ ਕਿਸੇ ਗਿਆਨ ਦੇ ਵਿਚਾਰ ਵੱਲ ਧਿਆਨ ਨਹੀਂ ਦਿੰਦਾ, ਕੋਈ ਉਹਨੂੰ ਮਾੜਾ ਕਵੇ ਚੰਗਾ ਕਵੇ ਕੋਈ ਧਿਆਨ ਨਹੀਂ ਹੈ, ਉਸਤਤ ਨਿੰਦਾ ਦੋਨੇ ਛੱਡ ਦਿੰਦਾ। ਉਸ ਸਟੇਜ ਚੋਂ ਹੀ ਬਾਹਰ ਆ ਜਾਂਦਾ ਹੈ ਜਿੱਥੇ ਉਸਤਤ ਕਰਨ ਨਾਲ ਉਹਦੇ ਤੇ ਹੰਕਾਰ ਚੜ੍ਹਨਾ ਹੈ, ਜਿੱਥੇ ਨਿੰਦਾ ਕਰਨ ਨਾਲ ਉਹਦੇ ਤੇ ਕ੍ਰੋਧ ਚੜ੍ਹਨਾ, ਉਸ ਸਟੇਜ ਚੋਂ ਹੀ ਉਹ ਅਭਿਆਸੀ ਬਾਹਰ ਆ ਜਾਂਦਾ ਤਾਂ ਕਿ ਗੱਲਾਂ ਇਕੱਠੀਆਂ ਨਾ ਜਾਏ। ਇਸ ਨਜ਼ਾਰੇ ਨੂੰ ਦਰਸਾਇਆ ਨਹੀਂ ਜਾ ਸਕਦਾ। ਜੇ ਕੋਈ ਕਹੇ ਪਿੱਛੇ ਪਛਤਾਏ, ਜੇ ਕੋਈ ਕੋਸ਼ਿਸ਼ ਕਰੇਗਾ ਵੀ ਜੇ ਕੋਈ ਇਹ ਵੀ ਮੰਨੇਗਾ ਕਿ ਮੈਂ ਬਿਆਨ ਕਰਨ ਲਈ ਸਮਰੱਥ ਹਾਂ ਤਾਂ ਉਹਦੇ ਪੱਲੇ ਕੇਵਲ ਪਛਤਾਵਾ ਹੀ ਪਏਗਾ, ਕੇਵਲ ਪਛਤਾਵਾ। ਹੋਰ ਕੁਛ ਉਹਦੇ ਪੱਲੇ ਨਹੀਂ ਰਹੇਗਾ। ਕਿਉਂਕਿ ਇਸ ਅਵਸਥਾ ਨੂੰ ਬਿਆਨ ਕਰਨਾ ਅਸੰਭਵ ਹੈ, ਕਥਿਆ ਜਾ ਹੀ ਨਹੀਂ ਸਕਦਾ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਸਰਮਖੰਡ ਦੇ ਵਿੱਚ ਜਿਉਂ-ਜਿਉਂ ਅਭਿਆਸੀ ਮਿਹਨਤ ਕਰਦਾ ਹੈ, ਜਿਉਂ-ਜਿਉਂ ਅਭਿਆਸੀ ਕਰਤੇ ਪੁਰਖ ਦੇ ਗੁਣ ਗਾਉਂਦਾ ਹੈ, ਜਿਉਂ-ਜਿਉਂ ਅਭਿਆਸੀ ਨਾਮ ਦੀ ਕਮਾਈ ਕਰਦਾ ਹੈ, ਅਭਿਆਸੀ ਦੀ ਸੁਰਤ, ਅਭਿਆਸੀ ਦੀ ਮਤ, ਅਭਿਆਸੀ ਦਾ ਮਨ, ਅਭਿਆਸੀ ਦੀ ਬੁੱਧੀ ਨਾਮ ਦੇ ਪ੍ਰਕਾਸ਼ ਨਾਲ, ਨਾਮ ਦੇ ਨੂਰ ਨਾਲ ਹੋਰ ਤਰਾਸ਼ੀ ਜਾਂਦੀ ਹੈ, ਹੋਰ ਘੜੀ ਜਾਂਦੀ ਹੈ। ਇਸੇ ਕਰਕੇ ਕਹਿੰਦੇ ਗੁਰਮੁਖ ਬੂਢੇ ਕਦੇ ਨਹੀਂ। ਆਮ ਤੌਰ ਤੇ ਬਜ਼ੁਰਗੀ ਦੇ ਵਿੱਚ ਆ ਕੇ ਆਪਣੀ ਆਮ ਹੀ ਕਹਾਵਤ ਹੈ, ਬੰਦਾ 70 72 ਹੋ ਗਿਆ, ਕੋਈ ਬਜ਼ੁਰਗ ਹੋਵੇ ਉਹਦੀ ਫਿਰ ਸਲਾਹ ਨਹੀਂ ਲਈ ਜਾਂਦੀ, ਉਹਨੂੰ ਘਰ ਦੀਆਂ ਗੱਲਾਂ ਦੱਸਣੀਆਂ ਬੰਦ ਕਰ ਦਿੰਦਾ ਪਰਿਵਾਰ, ਵੀ ਇਹਨੂੰ ਬੁੱਢੇ ਨੂੰ ਕੀ ਪਤਾ। ਪਰ ਨਹੀਂ, ਜਿਉਂ-ਜਿਉਂ ਨਾਮ ਦੀ ਕਮਾਈ ਇੱਥੇ ਸਰਮਖੰਡ ਦੀਆਂ ਗੱਲਾਂ ਨੇ, ਅਭਿਆਸੀ ਦੀ ਸੁਰਤ ਮਨ ਮਤ ਬੁੱਧੀ ਨਾਮ ਦੇ ਨੂਰ ਦੇ ਨਾਲ ਹੋਰ ਤਿੱਖੀ ਹੋਈ ਜਾਂਦੀ, ਹੋਰ ਘੜੀ ਜਾ ਰਹੀ। ਸਰਮਖੰਡ ਦੇ ਵਿੱਚ ਹੈ ਹੀ ਨਾਮ ਦੀ ਕਮਾਈ ਹੈ, ਨਾਮ ਦੀ ਮੁਸ਼ੱਕਤ ਹੈ। ਨਾਮ ਦੀ ਮੁਸ਼ੱਕਤ ਤੋਂ ਸਿਵਾਏ ਉੱਥੇ ਕੁਝ ਨਹੀਂ ਹੈ।
मेहनत है। ये गुरु नानक दी बाणी है। मन हाली किरसानी करनी, सरम पानी तन खेत। मन नू हाली बनाना, जिहड़ा किसान हल वाहुंदा बहुत मेहनती हुंदा, बहुत मेहनत करदा। हिंदुस्तान च जय जवान जय किसान दे नारे एवें नहीं सी लगे। कोई गल सी। हाली दा मतलब हुंदा है हल वाहुण वाला, जिहड़ा किसान है। कहंदे मन नू इन्ना मेहनती बना, मन हाली किरसानी करनी, सरम पानी तन खेत। मेहनत नू पानी बना ते शरीर नू पैली समझ। मन जिहड़ा ओ पैली वावे, शरीर नू काम क्रोध लोभ मोह हंकार तो बचावे, ते मेहनत नू पानी, सरम पानी तन खेत। ਉਹਦੇ ਚ ਬੀਜਣਾ ਕੀ ਹੈ? ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਸ ਪੈਲੀ ਦੇ ਵਿੱਚ ਪਰਮਾਤਮਾ ਦਾ ਨਾਮ ਬੀਜ, ਸੰਤੋਖ ਨੂੰ ਸੁਹਾਗਾ ਬਣਾ ਤੇ ਨੀਵਾਂ ਹੋ ਕੇ ਵਿਚਰ। ਗਰੀਬੀ ਵੇਸ, ਗਰੀਬੀ ਦਾ ਡਿਸਿਪਲਿਨ। ਭਾਓ ਕਰਮ ਕਰ ਜਮਸੀ, ਸੇ ਘਰ ਭਾਗਠ ਦੇਖ। ਤਾਂ ਪਰਮਾਤਮਾ ਦੀ ਮਿਹਰ ਦੇ ਨਾਲ, ਬਖਸ਼ਿਸ਼ ਦੇ ਨਾਲ ਆਪਾਂ ਅੱਗੇ ਚੱਲਣਾ। ਹੁਣ ਸਰਮਖੰਡ ਤੋਂ ਆਪਾਂ ਕਰਮਖੰਡ ਦੇ ਵਿੱਚ ਪ੍ਰਵੇਸ਼ ਕਰਾਂਗੇ ਅੱਜ ਦੀ ਬੈਠਕ 'ਚ ਹੀ। ਉਹ ਹੈ ਬਖਸ਼ਿਸ਼ ਦਾ ਖੰਡ। ਇੱਥੇ ਕਹਿ ਰਹੇ ਭਾਓ ਕਰਮ ਕਰ ਜਮਸੀ, ਸੇ ਘਰ ਭਾਗਠ ਦੇਖ। ਪਰਮਾਤਮਾ ਦੀ ਮਿਹਰ ਦੇ ਨਾਲ, ਬਖਸ਼ਿਸ਼ ਦੇ ਨਾਲ ਜਿਹੜਾ ਪ੍ਰੇਮ ਉਪਜੇਗਾ, ਦੇਖ ਤੇਰਾ ਸ਼ਰੀਰ ਘਰ ਕਿੰਨਾ ਭਾਗਾਂ ਵਾਲਾ ਹੋ ਜਾਏ। ਬਾਕੀ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੁੱਝੈ ਕੋਏ। ਧਰਮਖੰਡ ਬਾਰੇ ਜਾਣ ਲਿਆ, ਗਿਆਨ ਖੰਡ ਬਾਰੇ ਜਾਣ ਲਿਆ, ਮਾਇਆ ਚ ਪੈ ਸਕਦੇ ਆ, ਗਿਆਨ ਦਾ ਹੰਕਾਰ ਹੋ ਸਕਦਾ। ਸਰਮਖੰਡ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ। ਬਹੁਤ ਇਹ ਵੀ ਅਵਸਥਾ ਬਹੁਤ ਉੱਚੀ ਹੈ ਕਿ ਅਭਿਆਸੀ ਕਮਾਈ ਕਮਾਈ ਅਭਿਆਸ ਅਭਿਆਸ ਹੀ ਕਰੀ ਜਾਏ। ਇਹ ਅਵਸਥਾ ਵੀ ਬਹੁਤ ਉੱਚੀ ਹੈ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋਈ ਕਹੇ ਪਿੱਛੇ ਪਛਤਾਏ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ। ਇਸੇ ਖੰਡ ਦੇ ਵਿੱਚ, ਇਸੇ ਅਵਸਥਾ ਦੇ ਵਿੱਚ दैवी गुणा वाले देवते, रिद्धियां सिद्धियां वाले सिद्ध होर तराशे जाते हैं। फिर वो रिद्धियां सिद्धियां तो बाहर आ जाते हैं। रिद्ध सिद्ध अवरा साध, उन्होंने भी कोई फल नहीं लगना। रिद्धि सिद्धि आ गई, फिर की हो गया कि जन्म मरण तो मुक्ति होगी। रिद्धि सिद्धि हंकार, हंकार देगी चीज। इसे करके बाबा कहता कि रिद्ध सिद्ध अवरा साध, मेरा वो पासा ही नहीं, मेरी वो लेन ही नहीं जिथे मैं ड्राइव कर। सरमखंड टोटल
ਮਿਹਨਤ ਦਾ ਖੰਡ ਹੈ, ਇਹ ਉਹ ਅਵਸਥਾ ਹੈ ਜਿੱਥੇ ਅਭਿਆਸੀ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤੇ ਨਾਮ ਅਭਿਆਸ ਕਰ ਰਿਹਾ। ਉਹਨੂੰ ਦੁਨੀਆਦਾਰੀ ਨਾਲ, ਦੁਨੀਆ 'ਚ ਰਹਿ ਰਿਹਾ, ਲੇਕਿਨ ਉਹ ਫਿਰ ਪਰਵਾਹ ਨਹੀਂ ਕਰਦਾ ਕਿਸੇ ਦੀ ਕਿ ਮੈਨੂੰ ਕੋਈ ਕੀ ਕਹਿ ਰਿਹਾ ਜਾਂ ਦੁਨੀਆ ਕੀ ਕਹੂਗੀ, ਮੈਂ ਕੀ ਕਰ ਰਿਹਾ। ਉਹ ਫਿਰ ਮਿਹਨਤ ਕਰਦਾ ਹੈ। ਹੋਰ ਲਾਸਾਨੀ ਅਵਸਥਾ ਦਾ ਮਾਲਕ ਬਣਦਾ ਹੈ, ਬੇਮਿਸਾਲ। ਉਹਦੀ ਬੁੱਧ ਮਤ ਤਿੱਖੀ ਹੋ ਜਾਂਦੀ ਹੈ। ਭਾਵੇਂ ਉਹਦੀ ਅਵਸਥਾ ਦੇਵੀ ਗੁਣਾ ਦਿਵ ਦ੍ਰਿਸ਼ਟੀ ਤੱਕ ਪਹੁੰਚ ਗਿਆ, ਰਿੱਧੀਆਂ ਸਿੱਧੀਆਂ ਉਹਨੇ ਹਾਸਲ ਕਰ ਲਈਆਂ ਨੇ, ਲੇਕਿਨ ਉਹਨਾਂ ਦੀ ਵਰਤੋਂ ਨਹੀਂ ਕਰਦਾ, ਕਿਉਂਕਿ ਉਹ ਰਾਸਤਾ ਨਹੀਂ ਅਭਿਆਸੀ ਦਾ। ਉਹਦਾ ਰਾਸਤਾ ਹੈ ਹੀ ਮਿਹਨਤ ਦਾ, ਕਿਉਂਕਿ ਇਸ ਵੇਲੇ ਉਹ ਮਿਹਨਤ ਦੇ ਖੰਡ ਵਿੱਚ, ਸਰਮ ਦੇ ਖੰਡ ਵਿੱਚ ਵਿਚਰ ਰਿਹਾ। ਸਰਮੈ ਦੀਆਂ ਮੁੰਦਰਾਂ ਕੰਨੀ ਪਾਏ, ਜੋਗੀ ਖਿੰਥਾ ਕਰ ਤੂੰ ਦਇਆ। ਬਹੁਤ ਸ਼ਬਦ ਨੇ। ਸਿਫਤ ਸ਼ਰਮ का कपड़ा मांगो, हर गुण नानक रवत रहे। खिमा धीरज कर गऊ लवेरी, सहजे बछड़ा खीर पिए। ये अवस्था है, लेट फॉरगिवनेस एंड पेशेंस बी माई मिल्क काउज। ਐਵੇਂ ਅਚੰਭੇ 'ਚ ਨਹੀਂ ਪੈ ਜਾਣਾ ਚਾਹੀਦਾ ਵੀ ਇਹ ਕੀ ਜ਼ਿਕਰ ਕੀਤਾ, ਗਾਂ ਗਾਂ ਗਾਂ, ਵੀ ਉਹ ਗਾਂ ਨੂੰ ਹੀ ਫਿਰ ਪੁੱਜਣਾ ਸ਼ੁਰੂ ਕਿ ਗਾਂ ਤੇ ਬੜੀ ਉੱਚੇ ਜ਼ਿਕਰ ਆਇਆ। ਦੇਖਿਆ ਕਰੋ ਲਫ਼ਜ਼ ਕਾਦੇ ਵਾਸਤੇ ਵਰਤ ਰਹੇ ਆ। ਖਿਮਾ ਧੀਰਜ ਕਰ ਗਊ ਲਵੇਰੀ, ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਅ ਤੇ ਜਿਗਰਾ ਪੈਦਾ ਕਰ। ਇਹ ਮੇਰੇ ਲਈ ਲਵੇਰੀ ਗਾਂ ਹੈ, ਤਾਂ ਕਿ ਮੇਰਾ ਮਨ ਵੱਛਾ ਸ਼ਾਂਤ ਅਵਸਥਾ ਵਿੱਚ ਟਿਕ ਕੇ ਨਾਮ ਰੂਪੀ ਦੁੱਧ ਪੀ ਸਕੇ। फिर सिफ्त शर्म का कपड़ा मांगो, हर गुण नानक रवत रहे। मैं तेथों तेरी सिफत सलाह करन दा उद्यम, मेहनत दी दात ही मंग रहे हैं। नानक जोत आखदी है, ताकि मेरा मन सदा तेरे नाम विच जुड़िया रहे। सरमखंड, सरमखंड दीयां गल्लां ने। ਇਹ ਮੈਂ ਤੁਕ ਪੜਨ ਲੱਗਾ, ਇਹਦੇ ਉੱਤੇ ਆਵਾਂਗੇ ਲੇਟਰ ਔਨ। ਔਰ ਅੱਜ ਮੈਂ ਇਹ ਦੱਸਦਾ ਕਿ ਇਹ ਮਰਦਾਨਾ ਜੀ ਦੀ ਬਾਣੀ ਹੈ। ਬਹੁਤਿਆਂ ਲੋਕਾਂ ਨੂੰ ਨਹੀਂ ਪਤਾ ਵੀ ਮਰਦਾਨਾ ਜੀ ਦੀ ਬਾਣੀ ਵੀ ਹੈ ਗੁਰਬਾਣੀ 'ਚ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ਨੰਬਰ 553 553, 553, ਸ਼ਲੋਕ ਮਰਦਾਨਾ, ਅੱਗੇ ਲਿਖਿਆ 1। ਇੱਕ ਤਾਂ ਪਾਇਆ ਮਹੱਲੇ ਪਹਿਲੇ ਦਾ ਸਾਥੀ, ਕਿਤੇ ਕੋਈ ਭੁਲੇਖਾ ਨਾ ਰਹਿ ਜੇ ਵੀ ਮਰਦਾਨਾ ਹੋਰ ਤੇ ਨਹੀਂ ਕੋਈ। ਤਾਂ ਇੱਕ ਪਾਇਆ ਉੱਥੇ, ਮਰਦਾਨਾ ਪਹਿਲਾ ਦੂਜਾ ਨਹੀਂ ਹੈ, ਉਹ ਮਹੱਲੇ ਦਾ ਹੀ ਜ਼ਿਕਰ ਹੈ ਵੀ ਜਿਹੜਾ ਉਸ ਮਹੱਲੇ ਦੇ ਨਾਲ। ਸ਼ਲੋਕ ਮਰਦਾਨਾ ਪਹਿਲਾ, ਅੱਗੇ ਲਿਖਿਆ ਏਕਾ, ਜਿੱਦਾਂ ਆਪਾਂ ਏਕਾ ਲਿਖਦੇ ਹਾਂ। ਕਹਿੰਦੇ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨ ਹਾਰ, क्रोध कटोरी मोह भरी पीलावा अहंकार, मजलस कूड़े लब की पी पी होए ख्वार, करनी लाहन सत गुड़ सच्चा, करनी लाहन सत गुड़ सच सरा कर सार, गुण मंडे
करसील घ्यो सरम मास आहार। ये मैं टॉपिक इहदा हाले जिक्र नहीं मैं कर रहा, लेकिन गुरु ने बख्शिश की ਇਹਦੇ ਉੱਤੇ भी ਆਪਾਂ एक दिन विचार शुरू करांगे। मैं शब्द साझा ही करा ताकि ਆਪਾਂ स्क्रीन ਤੇ ਉਹਨੂੰ देख सकीए। आ लिखो पन्ना 553 श्लोक मरदाना नाल एका बाबे नानक दे साथ दी निशानी है कि जिहड़ा महले पहले दे नाल सी। कल कलवाली काम मद मनुआ पीवन हार क्रोध कटोरी मोह भरी पिलावा अहंकार मजलस कूड़े लब की पी पी होए ख्वार करनी लाहन सत गुड़ सच सरा कर सार गुण मंडे कर सील घ्यो सरम मास आहार। मेहनत करनी ਉਹਨੂੰ देख लो ਕਿਹੜੇ ਆਹਾਰ ਦੇ ਨਾਲ ਉਹਦੀ ਤੁਲਨਾ ਕੀਤੀ ਹੈ। मैं हले इस गल का कुछ जिक्र नहीं करना। मेहनत है ये क्योंकि खाने का जिक्र आ रहा है, बड़ा उच्च क्वालिटी का खाना है जिहड़ा हरेक नूं नसीब नहीं सी हुंदा। अमीरां दा मास आहार हरेक नूं थोड़ा नसीब हुंदा सी। पर वो कहंदे सारा कुछ तेरी मेहनत है। गुण मंडे कर सील घ्यो सरम मास आहार, सारा कुछ मेहनत है, बाकी चीजां जीरो ने, उन्हां दी कोई वैल्यू नहीं है। गुरमुखे पाइए नानका खाधे जाहे बेकार। ਇਹਦੇ ਤੇ ਆਵਾਂਗੇ ਕਿਸੇ दिन, पर हले साडा ਇਹ विषा नहीं है। पर ਜਿਹੜੀ ਇਹ खुराक है ਉਹਨੂੰ ਤਸਬੀਹ ਦਿੱਤੀ है। टॉपिक कोई नहीं है ਉੱਥੇ मास मूस ਦਾ, सिर्फ एक एग्जाम्पल ਲਈ है। मंडे रोट एक खास किस्म की रोटी, ਉਹ ਕੀ है ਸਾਡੇ ਗੁਣਾਂ ਦਾ गायन करना, अकाल पुरख ਦਾ नाम जपना। घ्यो ਉਹ ਕੀ है शीतल सुभाਅ, ਉਹ ਘਿਓ ਵਰਗੀ ਜਾਨ ਪਾਉਂਦਾ ਸਾਡੇ ਚ, ਉਹਨੂੰ ਘਿਓ ਨਾਲ ਤਸਬੀਹ ਦਿੱਤੀ ਹੈ। ਮਿਹਨਤ आहार खुराक ये सब साडी मेहनत है। पर ये गुरमुखे पाइए नानका, ये खुराक सतगुरु दे सन्मुख होया मिलती है। इस दे खाद्या सारे विकार दूर होंदे ने। ये असल मास की गल नहीं, सिर्फ एक तस्बीह है। क्वालिटी जीरो है। भावें तुसी भावें एक कबीर साहब का शब्द है, कंद मूल चुन, एक सेकंड, वाहिगुरु, अजहू अजहू बेकार ना छोड़े पापी मन मंदा। एक सेकंड, ये क्लियर हो गया। गुरमुखे पाइए नानका खाधे जाहे बेकार। इत्थे सिर्फ ते सिर्फ मेहनत की गल हो रही है, शर्म की गल हो रही है। अजहू बेकार ना छोड़े पापी मन मंदा। हुण इत्थे भावें वैजीटेशन की गल हो रही है,
ग्रह तज बन खंड जाइए चुन खाइए कंदा कंद मूल खाने वैजीटेशन मूलियां शलगम होर जिन्ना गाजरा है ना इन्हां दा जिक्र है कहते अजू बेकार ना छोड़ी पापी मन मंदा हुण ये ते वैजीटेशन की गल की है इत्थे ये टॉपिक आपां लवांगे जरूर किसी दिन पर हले साडा विषय नहीं है पर मन का विकार ये वैजीटेशन दे नाल भी नहीं किते गया क्यों छूटों कैसे तरुं भवजल निध भारी राख राख मेरे बीठला जन शरण तुम्हारी हुण इत्थे शरण कह दिता शरण च जाना ही नाम अभ्यास दी कमाई करना है गुर गुर करत शरण जे आवे जिहड़ा गुरु गुरु करदा उहदी शरण च आ जावे उहदे ते बख्शिश होएगी उहदे ते ही किरपा होएगी क्यों छूटो कैसे तरों भवजल निध भारी राख राख मेरे बीठला जन शरण तुम्हारी बिखै बिखै की बासना तजी ना जाई खा ते सारी वेजिटेशन सारा वेजिटेबल फूड खा रहा है कह रहे बिखे बिखे की बासना तजी न जाई अनक जतन कर रखिए फिर लपटाई माया मन नु मन दे विचार ही नहीं जा रहे जरा जीवन जोबन गया किछ किया ना नीका हो कहते नाम ते जपया नहीं तू नीका मैंने सुंदर सुंदर है ही नाम जपना ए जीरा निर्मोल को कौडी लग मीका कहो कबीर मेरे माधवा तू सर्व व्यापी तुम समसर नहीं दयाल मोहे समसर पापी पापी हाँ इसे करके रहाओ दी तुक राख राख मेरे बीठला जन शरण तुम्हारी मैं नाम जपदा जपदा नाम दी कमाई करदा करदा तेरी शरण च आ गया सरम खंड सिर्फ मेहनत का खंड है इत्थे आके अभ्यासी ने नाम दी कमाई करनी है सिर्फ ते सिर्फ और कोई चीज नहीं है इत्थे सिर्फ एक अवस्था है एक स्टेट ऑफ माइंड है एक माइंड सेट है भी सारा कुछ पता लग गया हुण मैं नाम जपा क्योंकि सारा ज्ञान ही नाम जपन लई कह रहा है धर्मखंड च सारा कुछ सारी कुदरत मेरे सामने है उस कुदरत चो मैं एहसास इकट्ठा किया ज्ञान इकट्ठा किया ज्ञान ने मैनू ये दृढ़ा दिता कि नाम तो बिना कमाई संभव नहीं है अगम अगाध सुनो जन कथा पार ब्रह्म की अचरज सभा ये ज्ञान ने दृढ़ा दिता ये भी ज्ञान ने दृढ़ा दिता कि कृपा निदान नानक दयाल जिन जपया नानक ते भये निहाल जपन तो बिना पंच प्रवान की अवस्था तक नहीं पहुंचा जा सकता सो सरमखंड दे विच अभ्यासी दी सुरत मत मन बुद्धि नाम दे नूर दे नाल तराशी जाती है तिखी हो जाती है घड़ी जाती है दैवी गुणा वाले देवते रिद्धियां सिद्धियां वाले सिद्ध होर तराशे जाते ने नाम दी वैल्यू का पता लगता इस तो बाद जिहड़ी सुरत है वो कर्मखंड दे विच एंटर हुंदी है क्योंकि सरमखंड तो बाद है ही कर्मखंड है जिहड़ी सुरत है
ਧਰਮਖੰਡ ਚੋਂ ਗਿਆਨ ਤੋਂ ਸਰਮਖੰਡ ਦੇ ਵਿੱਚ ਤੇ ਸਰਮਖੰਡ ਤੋਂ ਹੁਣ ਅਖੀਰੀ ਅਵਸਥਾ ਕਰਮਖੰਡ ਦੇ ਵਿੱਚ ਐਂਟਰ ਹੁੰਦੀ ਹੈ। कर्मखंड की बाणी जोर। कर्मखंड दे विच कर्मखंड है ही बख्शिश दा खंड है। बख्शिश ये बख्शिश मेहनत तो बाद मिलती है। नानक नाम मिले तां जीवा, तन मन थीवै हरिया। नाउ नानक बख्शीश नदरी कर्म होए। नाउ नानक बख्शीश नदरी कर्म होए। फिर कहते नाम तेरा मन तन आधारी, नानक दास बख्शीश तुम्हारी। तन का जिक्र आ गया। संगत जी ये जिउंदे जी अवस्था आउंदी है, जिउंदे जी अवस्था आउंदी है, मरण तो बाद की गल नहीं है। जिउंदे जी इस अवस्था दे विच साडी सुरत जिहड़ी है वो ट्रैवल कर जाती है। कर्मखंड दे विच अनहद शब्द दी धुन केवल करते पुरख नाल जोड़न दा काम करती है। कर्मखंड की बाणी जोड़। हुण इत्थे जिहड़ी बाणी लफज है वो है अमृत बाणी हर हर तेरी। ये वो बाणी है जिहड़ी असीं पढ़ रहे हैं, जिहदे असीं दर्शन कर रहे हैं, ये भी बाणी है। लेकिन जिहड़ा मूंह दे नाल रैपीटिशन ऑफ नाम है वो भी बाणी है। क्योंकि सरमखंड दे विच ही ऐलान हो गया भी मेहनत दा खंड है, उत्थे केवल ते केवल नाम दी शब्द दा अभ्यास है, नाम दी कमाई है। ते कर्मखंड दे विच भी सुरत उसी अवस्था दे विच एंटर करदी है। कर्मखंड की बाणी जोर, वो जिहड़ा नाम दा अभ्यास है, जिहड़ी अमृत बाणी हर हर तेरी, वो करते पुरख नाल डायरैक्ट कनैक्शन बना दिंदी है, कायम कर दिंदी है। उस अवस्था दे विच जिथे होर ना कोई होर, जिथे होर ना कोई होर, ये जिहड़ी बख्शिश मिलदी है, ये पता किद्दां हुंदी है? की एहसास की अवस्था सुरत उस वेले अभ्यासी ये जिस तरह खिन में नीच कीट को राज, पार ब्रह्म गरीब निवाज, जाका दृष्ट कछु न आवे, तिस तत्काल दह दिस प्रगटावे, जाको अपनी करे बख्शीश, ताका लेखा न गने जगदीश, जियो पिंड सब तिसकी रास, घट घट पूर्ण ब्रह्म प्रगास, अपनी बनत आप बनाई, नानक जीवै देख बढ़ाई। ये बख्शिश इस तरह दी है। कर्मखंड दे विच सिद्धा जदों एंटर ही होना, सिद्धा अकाल पुरख नाल कनैक्शन कायम हो जाना। तिथे होर ना कोई होर, उत्थे अकाल पुरख नाल जुड़े हुए कनैक्टेड
ਜੀਵਾਂ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ, ਹੋਰ ਕੋਈ ਹੈ ਹੀ ਨਹੀਂ। ਮਿਹਨਤ ਕਰਦੇ 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 ਅਕਾਲ ਪੁਰਖ ਨਾਲ ਅਟੈਚ ਹੋ ਗਿਆ, ਅਵਸਥਾ ਕਰਮਖੰਡ ਦੇ ਵਿੱਚ ਆ ਗਈ। ਉੱਥੇ ਜੋ ਵੀ ਹੈ, ਜਿਹੜਾ ਵੀ ਹੈ, ਉਸੇ ਤਰ੍ਹਾਂ ਦਾ ਹੋਏਗਾ, ਕਨੈਕਟਡ ਹੋਏਗਾ, ਔਰ ਉਹ ਕੰਮ ਕਰ ਰਿਹਾ ਹੋਏਗਾ ਜੋ ਅਭਿਆਸੀ ਕਰ ਰਿਹਾ। ਤਿੱਥੇ ਹੋਰ ਨਾ ਕੋਈ, ਤਿੱਥੇ ਜੋਧ ਮਹਾਬਲ ਸੂਰ। ਇਹ ਨਹੀਂ ਹੈ ਵੀ ਸੂਰਮੇ, ਬਾਹਰਲੇ ਸੂਰਮੇ ਨਹੀਂ, ਇਹ ਉਹ ਸੂਰਮੇ ਨੇ ਜਿਹੜੇ ਮਨ ਨੂੰ ਜਿੱਤ ਕੇ ਗਏ ਆ। ਇਹ ਉਹ ਸੂਰਮੇ ਨੇ ਜਿਹੜੇ ਮਾਇਆ ਨੂੰ ਜਿੱਤ ਕੇ ਗਏ ਆ। ਇਹ ਉਹ ਸੂਰਮੇ ਨੇ ਜਿਹੜੇ ਕਲਯੁਗ ਦੇ ਪ੍ਰਭਾਵ ਦੇ ਹੇਠ ਨਹੀਂ ਆਏ। ਇਹ ਉਹ ਮਹਾਬਲੀ ਨੇ, ਇਹ ਉਹ ਯੋਧੇ ਨੇ। ਅਧਿਆਤਮਕ ਸੂਰਮੇ ਤੇ ਆਤਮਿਕ ਤੌਰ ਤੇ ਮਹਾਬਲੀ ਰੂਹਾਂ, ਇੱਥੇ ਹੋਰ ਨਾ ਕੋਈ ਹੋਰ। ਉੱਥੇ ਸਿਰਫ ਉਹ ਅਧਿਆਤਮਕ ਸੂਰਮੇ ਨੇ, ਆਤਮਿਕ ਤੌਰ ਤੇ ਬਖਸ਼ੀਆਂ ਹੋਈਆਂ ਰੂਹਾਂ ਨੇ, ਮਹਾਬਲੀ ਨੇ, ਮਹਾਬਲੀ ਰੂਹਾਂ ਨੇ। ਕਿਹੜੀਆਂ ਮਹਾਬਲੀ ਰੂਹਾਂ, ਕਿਹੜੇ ਸੂਰਮੇ, ਕਿਹੜੇ ਯੋਧੇ? ਤਿੰਨ ਮੈਂ ਰਾਮ ਰਹਿਆ ਭਰਪੂਰ। ਉਹਨਾਂ ਦੇ ਵਿੱਚ ਅਕਾਲ ਪੁਰਖ ਦਾ ਵਾਸਾ, ਅਕਾਲ ਪੁਰਖ ਦਾ, ਅਕਾਲ ਪੁਰਖ ਦੀ ਪ੍ਰੈਜ਼ੈਂਸ। ਤਿੰਨ ਮੈਂ ਰਾਮ ਰਹਿਆ ਭਰਪੂਰ। ਉਹਨਾਂ ਦੇ ਰੋਮ ਰੋਮ ਵਿੱਚ ਅਕਾਲ ਪੁਰਖ ਵਸ ਰਿਹਾ ਹੈ। ਉਹ ਅਕਾਲ ਪੁਰਖ ਦੀ ਪ੍ਰੈਜ਼ੈਂਸ ਦੇ ਨਾਲ ਨਕਾ ਨਕ ਭਰੇ ਪਏ ਨੇ। ਬਖਸ਼ਿਸ਼ ਵਾਲੀ ਅਵਸਥਾ। ਜਦੋਂ ਅਕਾਲ ਪੁਰਖ ਦੀ ਬਖਸ਼ਿਸ਼ ਅਭਿਆਸੀ ਤੇ ਹੋ ਜਾਂਦੀ ਹੈ, ਉਹ ਬਖਸ਼ਿਸ਼ ਪਰਮਾਨੈਂਟ ਹੈ। ਫਿਰ ਕੋਈ ਮਾਇਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਦੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਕਿਉਂਕਿ ਉਸ ਅਵਸਥਾ ਵਿੱਚ ਅਭਿਆਸੀ ਦੇ ਅੰਦਰ ਪਰਮਾਤਮਾ ਤੋਂ ਸਿਵਾਏ ਦੂਸਰਾ ਹੈ ਹੀ ਨਹੀਂ। ਫੁੱਲੀ ਕਨੈਕਟਡ, ਪੂਰਨ ਤੌਰ ਤੇ ਉਹ ਅਕਾਲ ਪੁਰਖ ਦੇ ਨਾਲ ਕਨੈਕਟਡ ਹੈ ਤੇ ਉਹ ਪ੍ਰਕਾਸ਼, ਉਹ ਧੁਨ ਉਹਦੇ ਅੰਦਰ ਵਸ ਚੁੱਕੀ ਹੈ। ਫਿਰ ਉਹ ਯੋਧੇ ਨੇ, ਫਿਰ ਉਹ ਮਹਾਬਲੀ ਨੇ, ਫਿਰ ਉਹ ਸੂਰਮੇ ਨੇ। ਤੇ ਸੂਰਮੇ ਕੀ ਕੰਮ ਕਰ ਰਹੇ? ਸ਼ਬਦ ਦੇ ਵਿੱਚ ਇੱਕ ਮਿਕ, ਇੱਕ ਰਸ, ਉਹਦੇ ਜ਼ਰੀਏ ਜਿਹੜਾ ਕਨੈਕਸ਼ਨ ਬਣਿਆ, ਜਿਹਦੇ ਜ਼ਰੀਏ ਕਨੈਕਸ਼ਨ ਬਣਿਆ ਪਰਮਾਤਮਾ ਦੇ ਨਾਲ, ਉਸ ਸ਼ਬਦ ਨੂੰ, ਨਾਮ ਨੂੰ, ਉਸ ਅਵਸਥਾ ਨੂੰ ਫਿਰ ਅਭਿਆਸੀ ਕਦੇ ਨਹੀਂ ਛੱਡਦਾ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਉਹ ਜੀਵ ਆਤਮਾਵਾਂ ਪੰਜ ਵੈਰੀਆਂ ਤੋਂ ਮੁਕਤ ਹੋ ਕੇ ਮੁਕੰਮਲ ਤੌਰ ਤੇ ਨਾਮ ਅੰਮ੍ਰਿਤ ਦੇ ਨਾਲ ਸਰਸ਼ਾਰ ਨੇ। ਉੱਥੇ 8 ਪਹਿਰ, 8 ਪਹਿਰ ਨਾਮ ਬੰਦਗੀ ਵਿੱਚ ਜੀਵ ਆਤਮਾ ਪਰੋਈਆਂ ਰਹਿੰਦੀਆਂ ਨੇ। ਕਰਮਖੰਡ ਦੀ ਐਸ ਅਵਸਥਾ ਵਿੱਚ
ਖੇਡਣ ਵਾਲੀਆਂ ਜੀਵ ਆਤਮਾਵਾਂ ਉਹਨਾਂ ਦੇ ਨੂਰੀ ਰੂਪ ਦਾ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਏ। ਕਿਉਂਕਿ ਉਹ ਵੀ ਹੁਣ ਕਰਤੇ ਪੁਰਖ ਦਾ ਰੂਪ ਧਾਰਨ ਚੁੱਕੀਆਂ ਨੇ, ਧਾਰਨ ਕਰ ਚੁੱਕੀਆਂ ਨੇ, ਪਰੋਈਆਂ ਗਈਆਂ ਨੇ, ਕਰਮ ਖੰਡ ਦੀ ਅਵਸਥਾ ਵਿੱਚ ਨੇ। ਨਾ ਉਹ ਮਰੇ ਨਾ ਠਾਗੇ ਜਾਏ। ਉਹ ਜੀਵ ਆਤਮਾਵਾਂ ਜਨਮ ਮਰਨ ਤੋਂ ਮੁਕਤ ਹੋ ਕੇ ਅਕਾਲ ਪੁਰਖ ਦਾ ਰੂਪ ਹੋ ਗਈਆਂ ਨੇ। ਹੁਣ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ। ਮਾਇਆ ਉਹਨਾਂ ਤੇ ਕੋਈ ਪ੍ਰਭਾਵ ਨਹੀਂ ਪਾ ਸਕਦੀ। ਦੇਖੋ ਗੱਲ ਸ਼ੁਰੂ ਕਿੱਥੋਂ ਹੋਈ ਹੈ। ਧਰਮ ਖੰਡ ਤੋਂ ਗਿਆਨ ਖੰਡ ਦੇ ਵਿੱਚ ਗਿਆਨ ਨੇ ਦ੍ਰਿੜ ਕਰਤਾ ਵੀ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ। ਧੰਦਾ ਸਭ ਜਲਾਇ ਕੈ ਗੁਰਨਾਮ ਦੀਆ ਸੱਚ ਸੁਆਓ। ਆਸਾ ਸਭੇ ਲਾਇ ਕੈ ਇੱਕਾ ਆਸ ਕਮਾਓ। ਜਿਨੀ ਸਤਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਓ। ਅਵਸਥਾ ਬਦਲੀ ਹੋਏਗੀ। ਅਗਲਾ ਥਾਂ ਉਹਨਾਂ ਨੂੰ ਪ੍ਰਾਪਤ ਹੋਏਗਾ ਜਿਹੜੇ ਮਿਹਨਤ ਕਰਦੇ ਜਾਣਗੇ। ਇਸ ਕਰਕੇ ਕੀ ਕਰ ਮਨ ਮੇਰੇ ਕਰਤੇ ਨੂੰ ਸਲਾਹੇ। ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਏ। ਫਿਰ ਕਹਿੰਦੇ ਦੁੱਖ ਭੁੱਖ ਨਾ ਵਿਆਪਈ ਜੇ ਸੁਖ ਦਾਤਾ ਮਨ ਹੋਏ। ਕਿਤ ਹੀ ਕੰਮ ਨਾ ਛਿਜੀਏ ਜਾਂ ਹਿਰਦੇ ਸੱਚਾ ਸੋਏ। ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਏ। ਸੁਖ ਦਾਤਾ ਗੁਰ ਸੇਵੀਐ ਸਭ ਅਵਗਣ ਕੱਢੇ ਧੋਏ। ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ। ਸਾਧੂ ਸੰਗ ਮਸ਼ਕਤੇ ਤੁਠੇ ਪਾਵਾਂ ਦੇਵ। ਉਸ ਗਿਆਨ ਖੰਡ ਚੋਂ ਗਿਆਨ ਲੈ ਕੇ ਉਹਨੂੰ ਬੁੱਝ ਕੇ ਮਿਹਨਤ ਕਰਦਾ 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 ਸ਼ਬਦ ਦਾ ਸੰਗ ਕਰਦਾ ਕਰਦਾ ਸਾਧੂ ਸੰਗ। ਸਾਧੂ ਹੈ ਹੀ ਸ਼ਬਦ ਹੈ, ਸਾਧੂ ਕੋਈ ਦੇਹ ਨਹੀਂ ਹੈ। ਸਾਧੂ ਸੰਗ ਮਸ਼ਕਤੇ ਤੁਠੈ ਪਾਵਾਂ ਦੇਵ। ਉਸ ਮਸ਼ਕਤ ਨੂੰ ਭਾਗ ਲੱਗਣੇ ਆ। ਉਸ ਮਸ਼ਕਤ ਤੋਂ ਬਾਅਦ ਕਿਰਪਾ ਹੋਣੀ ਹੈ, ਬਖਸ਼ਿਸ਼ ਹੋਣੀ ਹੈ, ਜਿਹੜੀ ਇਹ ਆਪਾਂ ਖੰਡ ਦੀ ਗੱਲ ਕਰ ਰਹੇ ਹਾਂ, ਕਰਮ ਖੰਡ ਦੀ। ਇਸ ਕਰਕੇ ਸਾਧੂ ਕੀ ਮਨ ਓਟ ਗਹੋ ਉਕਤ ਸਿਆਣਪ ਤਿਆਗ। ਗੁਰ ਦੀਖਿਆ ਜੇ ਮਨ ਵਸੈ ਨਾਨਕ ਮਸਤਕੇ ਭਾਗ। ਸਾਧੂ ਸੰਗ ਮਸ਼ਕਤੇ ਤੁਠੈ ਪਾਵਾਂ ਦੇਵ। ਸਭ ਕਿਛ ਵਸਗਤ ਸਾਹਿਬੈ ਆਪੇ ਕਰਨ ਕਰੇਵ। ਸਤਗੁਰ ਕੈ ਬਲਹਾਰਣੈ ਮਨਸਾ ਸਭ ਪੂਰੇਵ। ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ। ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤ। ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਚਲ ਚੀਤ। ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ। कर्मखंड की अवस्था। हर नाम हमारा भोजन 36 प्रकार। जित खाया हमको तृप्त भई। हर नाम हमारा पहनन जित फिर नंगे ना होवे। होर पहनन की हमारी सर्द गई। सच खाना सच पहनना टेक नानक सच कीत। ओ परमात्मा दे नाम नू अपनी आत्मा दी खुराक बना लेंदा है, खाना बना लेंदा है। नाम नू ही अपनी पोशाक बना लेंदा है। आत्मक अवस्था है ते सदा थिर रहन वाले नाम दा ही आसरा है, टेक है।
दैट इज ऑल। तिथे सीतो सीता महिमा माहे, ਉੱਥੇ ਅੱਠੋਂ ਪੈਰ ਨਾਮ ਅਭਿਆਸ ਦੇ ਵਿੱਚ, ਬੰਦਗੀ ਦੇ ਵਿੱਚ, ਭਗਤੀ ਦੇ ਵਿੱਚ ਜੀਵ ਆਤਮਾ ਪਰੋਈ ਰਹਿੰਦੀ ਹੈ। ਕਰਮਖੰਡ ਦੀਆਂ ਇਹਨਾਂ ਜੀਵ ਆਤਮਾਵਾਂ ਦਾ ਨੂਰੀ रूप बयान नहीं किया जा सकता, ताकि रूप न कथने जाहे, ना वो मरे न ठागे जाहे, जिनके राम वसै मन माहे। वो जीवात्मा जन्म मरण तो मुक्त ने, माया उन्होंने ठग नहीं सकती, क्योंकि उन्होंने अंदर रमत राम वस चुका है। उन्होंने अंदर शब्द रूपी प्रकाश हो चुका है। तिथे भगत वसै के लो, लोआं पुरियां भगतां नाल भरियां पईयां ने। करे आनंद सच्चा मन सोए, ते ਉਹ ਆਨੰਦ ਵਿੱਚ ਨੇ। ਕਰਮਖੰਡ ਆਨੰਦ ਇੱਕੋ ਗੱਲ ਹੈ। ਆਨੰਦ ਦੀ ਅਵਸਥਾ ਆਪਾਂ ਆਨੰਦ ਬਾਣੀ ਪੜ੍ਹ ਕੇ ਆਏ, ਵਿਚਾਰ ਕੇ ਆਏ हैं। ਇਹ ਬਿਲਕੁਲ ਕਰਮਖੰਡ ਦੀ ਅਵਸਥਾ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਿੱਥੇ ਸਤਿਗੁਰ ਅੰਦਰ ਪ੍ਰਗਟ ਹੋ ਗਿਆ, ਅੰਦਰ ਪ੍ਰਕਾਸ਼ ਹੋ ਗਿਆ, ਜਿੱਥੇ ਸੁਰਤ ਹਮੇਸ਼ਾ ਕਰਤੇ ਪੁਰਖ ਦੇ ਨਾਲ ਇੱਕ ਮਿਕ ਹੈ। तिथे भगत वसै के लो, करे आनंद सच्चा मन सोए। हुण एक कर्मखंड दे विचों, कर्मखंड दे विच ही कर्मखंड दा रिजल्ट सानू मिल रहा है। वो की है? सच खंडे वसै निरंकार। हुण ਇਹ ਆਪਾਂ ਜਿਹੜਾ ਮੁਗਾਲਤਾ ਜਿਹੜਾ ਭੁਲੇਖਾ ਹੈ, ਇਹਨੂੰ ਹੁਣ ਚੰਗੀ ਤਰ੍ਹਾਂ ਇਹਦੀ ਗੱਲ ਕਰਨੀ ਹੈ, ਕਿਉਂਕਿ ਇੱਥੋਂ ਹੀ ਗੱਲ ਹੈ। 3 4 5 6 7 8 ਜਿਹੜੀਆਂ ਤੁਕਾਂ ਨੇ। ਹੁਣ ਕੀ ਕਰਮਖੰਡ ਦੇ ਵਿੱਚ ਅਕਾਲ ਪੁਰਖ ਦਾ ਵਾਸਾ ਨਹੀਂ ਹੈ? ਇੱਥੋਂ ਆਪਾਂ ਹੁਣ ਇੱਕ ਸ਼ਬਦ ਹੋਰ ਸਾਂਝਾ ਕਰਦੇ ਆਂ, ਬਾਅਦ ਚ ਇਹਦੇ ਨਾਲ ਆਉਨੇ ਆ। ਉਹ ਸ਼ਬਦ ਹੈ ਜੋ ਬ੍ਰਹਿਮੰਡ ਖੰਡ ਸੋ ਜਾਣੋ। ਹੁਣ ਇਹਦੇ ਦਰਸ਼ਨ ਕਰੀਏ ਜਰਾ। ਜੋ ਬ੍ਰਹਿਮੰਡੇ ਖੰਡੇ ਸੋ ਜਾਣੋ, ਇਹ ਕੀ ਭਾਵ ਹੋਇਆ? ਜੋ ਬ੍ਰਹਿਮੰਡ ਖੰਡ ਸੋ ਜਾਣੋ, ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਵਸਦਾ ਹੈ, ਉਸ ਨੂੰ ਆਪਣੇ ਸਰੀਰ ਵਿੱਚ ਵਸਦਾ ਪਛਾਣੋ। ਖੰਡੇ ਡੱਡੇ ਨੂੰ ਸਿਆਰੀ, ਇਹਦਾ ਮਤਲਬ ਹੈ ਸਰੀਰ ਅੰਦਰ। ਕਿਸ ਤਰ੍ਹਾਂ? ਗੁਰਮੁਖੇ ਬੂਝੋ ਸ਼ਬਦੇ ਪਛਾਣੋ।
ਗੁਰਮੁਖ ਸਿਸਟਮ ਬੜਾ ਡਿਟੇਲ ਚ ਆਪਾਂ ਐਕਸਪਲੇਨ ਕਰਕੇ ਆਏ ਆ। ਉਹ ਸਿਸਟਮ ਦੇ ਵਿੱਚ ਆ ਕੇ ਇਹਨੂੰ ਬੁੱਝਣਾ ਹੈ ਤੇ ਸ਼ਬਦ ਵਿੱਚ ਸੁਰਤ ਨੂੰ ਗੜੂੰਦ ਕਰਕੇ ਇਹਦੀ ਅਸਲੀਅਤ ਪਛਾਣਨੀ ਹੈ। ਸਰਮਖੰਡ ਚੋਂ ਕਰਮਖੰਡ ਦੇ ਵਿੱਚ ਆ ਗਏ। that is it, connected to ਅਕਾਲ ਪੁਰਖ। ਕਰਮਖੰਡ ਕੀ ਬਾਣੀ ਜੋਰ ਉਸੇ ਨਾਮ ਦੀ ਕਮਾਈ ਨੇ ਸਾਨੂੰ ਕਰਤੇ ਪੁਰਖ ਨਾਲ ਜੋੜ ਦਿੱਤਾ। ਇਹ ਜਿਉਂਦੇ ਜੀ ਅਵਸਥਾ ਆ ਰਹੀ ਹੈ। ਜਿਉਂਦੇ ਜੀ ਅਵਸਥਾ ਆ ਰਹੀ ਹੈ। ਸੱਚਖੰਡ ਵਸੈ ਨਿਰੰਕਾਰ, ਇਹਦਾ ਮਤਲਬ ਹੈ ਕਿ ਉਹ ਕਰਤਾ ਪੁਰਖ ਇਸੇ ਸਰੀਰ ਦੇ ਅੰਦਰ ਵਾਸਾ ਕਰਦਾ ਹੈ। ਇਹ ਕੋਈ ਵੱਖਰੀ ਸਟੇਜ ਨਹੀਂ ਹੈ, ਕੋਈ ਵੱਖਰਾ ਖੰਡ ਨਹੀਂ ਹੈ। ਚਾਰ ਹੀ ਖੰਡ ਨੇ, ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ। ਇਹ ਜਿਹੜਾ ਇੰਨਾ ਵੱਡਾ ਭੁਲੇਖਾ ਹੈ ਗੁਰਦੁਆਰਿਆਂ ਦੇ ਵਿੱਚ, ਅਗਿਆਨਤਾ ਦੇ ਵਸ ਸੁਖ ਆਸਣ ਵਾਲਾ ਜਿਹੜਾ ਕਮਰਾ ਹੈ ਉਹਦੇ ਬਾਹਰ ਲਿਖਿਆ ਹੁੰਦਾ ਸੱਚਖੰਡ ਵਸੈ ਨਿਰੰਕਾਰ। ਸਪੈਲਿੰਗ ਵੀ ਗਲਤ, ਉੱਥੇ ਸੱਸੇ ਤੇ ਚੱਚੇ ਦੇ ਵਿੱਚ ਅਦਕ ਵੀ ਪਾਇਆ। ਖੰਡ ਦੇ ਡੱਡੇ ਨੂੰ ਵੀ ਸਿਹਾਰੀ ਨਹੀਂ ਹੁੰਦੀ। ਸਮਝਣ, ਧਿਆਨ, ਥੋੜਾ ਜਿਹਾ ਧਿਆਨ ਬਸ ਇੱਧਰ ਅਸੀਂ ਦੇਣਾ ਹੈ। ਨਾਮ ਦੀ ਕਮਾਈ ਕਰਨੀ ਹੈ। ਬੁੱਧੀ ਘੜੀ ਜਾਣੀ ਹੈ। ਹੁਣ ਪਿੱਛੇ ਖੋਲ ਕੇ ਆਏ, ਪੜ੍ਹ ਕੇ ਆਏ, ਬੁੱਧੀ ਤਿੱਖੀ ਹੋ ਜਾਣੀ ਹੈ। ਜੋ ब्रह्मांड खंड से जो खंडे सो जानो, जो भी सृष्टि ਦੇ ਵਿੱਚ परमात्मा ਦਾ ਵਾਸ ਹੈ, ਉਹੀ ਵਾਸ ਸਾਡੇ ਅੰਦਰ ਵੀ ਹੈ। ਉਸੇ परमात्मा ਦਾ ਵਾਸ ਸਾਡੇ ਅੰਦਰ ਵੀ ਹੈ। ਪਰ ਗੁਰਮੁਖੇ ਬੁੱਝੋ, ਗੁਰਮੁਖ ਸਿਸਟਮ ਦੇ ਅੰਦਰ ਆਇਆ ਬੁੱਝ ਕੇ ਹੀ ਇਸ ਚੀਜ਼ ਨੂੰ ਸ਼ਬਦ ਦੇ ਜ਼ਰੀਏ ਪਛਾਣਿਆ ਜਾ ਸਕਦਾ ਹੈ। ਘਟ ਘਟ ਭੋਗੇ ਭੋਗਣ ਹਾਰਾ, ਰਹਿ ਅਤੀਤ ਸਬਾਇਆ। ਦੁਨੀਆ ਦੇ ਸਾਰੇ ਪਦਾਰਥਾਂ ਨੂੰ ਮਾਣਨ ਵਾਲਾ ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੋ ਕੇ ਵਰਤ ਰਿਹਾ ਹੈ। ਫਿਰ ਵੀ ਸਾਰੀ ਸ੍ਰਿਸ਼ਟੀ ਤੋਂ ਨਿਰਲੇਪ ਰਹਿੰਦਾ ਹੈ। ਜਿਹੜਾ ਪਰਮਾਤਮਾ ਸ੍ਰਿਸ਼ਟੀ ਵਿੱਚ ਵਸਦਾ ਹੈ, ਉਹਨੂੰ ਸਰੀਰ ਦੇ ਵਿੱਚ ਵੀ ਪਛਾਣੋ, ਬੁੱਝੋ। ਗੁਰਮੁਖ ਸਿਸਟਮ ਦੇ ਜ਼ਰੀਏ ਗੁਰੂ ਦੀ ਸ਼ਰਨ ਪੈ ਕੇ ਇਸ ਭੇਤ ਨੂੰ ਸਮਝੋ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਸ ਅਸਲੀਅਤ ਨੂੰ ਪਛਾਣੋ। ਸੱਚ ਖੰਡ ਵਸੈ ਨਿਰੰਕਾਰ। ਜੋ ब्रह्मांड खंड सो जानो, गुरमुखे बूझो शब्द पछाणो। घट घट भोगै भोगन हारा, रहै अतीत सबाया। होर विचार लो, अगला अंक भी विचार लो। गुरमते बोलो हर जस सूचा, गुरमत आखी देखो ऊंचा। सरवणी नाम सुनै हर बाणी, नानक हर रंग रंगाया। गुरु दी मत दे राही, गुरबाणी दे राही, ब्रह्म ज्ञान दे राही परमात्मा दी सिफत सलाह करो। जीवन ओदे नाल सुच्चा होना, नाले जीवन ने सुच्चा होना। गुरु दी सिक्ख्या ते गुरमत ते तुर के उस परमात्मा नू इन्हां नेत्रां नाल अंदर वेखो।
ਸਰਵਣੀ ਨਾਮ ਸੁਣੈ ਹਰ ਬਾਣੀ, ਨਾਨਕ ਰੰਗ ਰੰਗਾਇਆ, ਨਾਨਕ ਹਰ ਰੰਗ ਰੰਗਾਇਆ। ਜਿਹੜਾ ਅਭਿਆਸੀ ਆਪਣੇ ਕੰਨਾਂ ਨਾਲ ਪ੍ਰਮਾਤਮਾ ਦਾ ਨਾਮ ਸੁਣਦਾ ਹੈ, ਪ੍ਰਭੂ ਦੀ ਸਿਫਤ ਸਲਾਹ ਸੁਣਦਾ ਹੈ, ਉਹ ਪ੍ਰਮਾਤਮਾ ਦੇ ਭਾਵ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਕਰਮਖੰਡ ਕੀ ਬਾਣੀ ਜੋਰ, ਤੇ ਕਰਮਖੰਡ ਚ ਹੀ ਅਵਸਥਾ ਵਰਤ ਗਈ। ਇਹਦਾ ਮਤਲਬ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਹੜਾ ਜੋ ਬ੍ਰਹਿਮੰਡ ਖੰਡ ਸੋ ਜਾਣੋ, ਜਿਹੜਾ ਪ੍ਰਮਾਤਮਾ ਬਾਹਰ ਸ੍ਰਿਸ਼ਟੀ ਵਿੱਚ ਮੌਜੂਦ ਹੈ, ਉਹ ਅੰਦਰ ਵੀ ਹੈ। ਇਹ ਸਭ ਨਾਮ ਦੀ ਕਮਾਈ ਕਰਕੇ ਹੋਣਾ, ਸ਼ਬਦ ਦੇ ਅਭਿਆਸ ਕਰਕੇ ਹੋਣਾ। ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸ ਹੈ, ਉਹ ਪਤਾ ਤਾਂ ਲੱਗਣਾ ਹੈ ਜੇ ਸ਼ਬਦ ਦਾ ਅਭਿਆਸ ਹੋਏਗਾ। ਕਰ ਕਰ ਵੇਖੈ ਨਦਰ ਨਿਹਾਲ। ਆਕਾਰ ਤੋਂ ਬਿਨਾ ਆਕਾਰ ਰਹਿਤ ਪ੍ਰਭੂ ਹਰ ਜੀਵ ਦੇ ਹਿਰਦੇ ਵਿੱਚ ਵਸਦਾ ਹੈ। ਉਸ ਜੀਵ ਨੂੰ ਰਹਿਮਤ ਸਦਕਾ, ਬਖਸ਼ਿਸ਼ ਸਦਕਾ ਨਿਹਾਲ ਕਰਦਾ ਹੈ। ਜੋ ਬ੍ਰਹਿਮੰਡੇ ਖੰਡੇ ਸੋ ਜਾਣੋ। ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ। ਗੁਰੂ ਦੇ ਸ਼ਬਦ ਦੀ ਕਮਾਈ ਦੇ ਜ਼ਰੀਏ, ਸ਼ਬਦ ਦੀ ਕਮਾਈ, ਇਹੀ ਸ਼ੁਰੂਆਤ ਹੈ, ਇਹੀ ਅਖੀਰੀ ਹੈ। ਸੋ ਖੰਡੇ ਜਿੱਥੇ ਡੱਡੇ ਨੂੰ ਸਿਹਾਰੀ ਹੈ, ਉਹਦਾ ਮਤਲਬ ਹੈ ਹਿਰਦਾ, ਅੰਦਰ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇਹ ਸ਼ਬਦ ਹੈ ਪੰਨਾ ਨੰਬਰ 695, ਗੁਰੂ ਗ੍ਰੰਥ ਸਾਹਿਬ ਜੀ। ਬਾਣੀ ਹੈ ਭਗਤ ਪੀਪਾ ਜੀ ਦੀ। ਜੋ ਸ੍ਰਿਸ਼ਟੀ ਦਾ ਰਚਨਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ, ਉਹੀ ਮਨੁੱਖ ਦੇ ਸਰੀਰ ਵਿੱਚ ਹੈ। ਸੱਚ ਖੰਡੇ, ਖੰਡੇ ਮੈਨੇ ਹਿਰਦਾ, ਵਸੈ ਨਿਰੰਕਾਰ। ਪੀਪਾ ਪ੍ਰਣਵੈ ਪਰਮ ਤਤ ਹੈ, ਸਤ ਗੁਰ ਹੋਏ ਲਖਾਵੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਭਗਤ ਜੀ ਬੇਨਤੀ ਕਰਦੇ ਨੇ, ਜੇ ਸਤਿਗੁਰ ਮਿਲ ਪਏ ਤਾਂ ਉਹ ਅੰਦਰ ਹੀ ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦੇ ਅਸਲ ਸੋਮੇ ਦਾ ਦਰਸ਼ਨ ਕਰਾ ਦਿੰਦਾ ਪਰਮਾਤਮਾ, ਪ੍ਰਭੂ। ਸੋ ਇਹ ਕੋਈ ਖੰਡ ਨਹੀਂ ਹੈ, ਵੱਖਰਾ ਅਵਸਥਾ ਨਹੀਂ ਹੈ। ਇਹ ਸਿਰਫ ਇਹ ਦੱਸਿਆ ਕਿ ਕਰਮ ਖੰਡ ਦੇ ਵਿੱਚ ਜੋ ਸਾਨੂੰ ਜਾ ਕੇ ਪਰਮਾਤਮਾ ਦੇ ਨਾਲ ਸਾਡਾ ਕਨੈਕਸ਼ਨ ਜੁੜਦਾ ਹੈ, ਉਦੋਂ ਇਹ ਪਛਾਣ ਆ ਜਾਂਦੀ ਹੈ ਕਿ ਇਹ ਪਰਮਾਤਮਾ ਸਾਡੇ ਹਿਰਦੇ ਦੇ ਅੰਦਰ ਹੀ ਵਾਸਾ ਕਰਦਾ ਹੈ। ਸੱਚ ਖੰਡੇ ਵਸੈ ਨਿਰੰਕਾਰ। ਤੇ ਆਪਣੀ ਬਖਸ਼ਿਸ਼ ਸਦਕਾ ਨਿਹਾਲ ਕਰਦਾ ਹੈ। ਤਿੱਥੈ ਖੰਡ ਮੰਡਲ ਬ੍ਰਹਮੰਡ। ਇਸ ਅਵਸਥਾ ਵਿੱਚ ਸਾਰੇ ਨਜ਼ਾਰੇ ਅੰਦਰ ਹੀ ਬ੍ਰਹਮ
महसूस हुंदे ने। जो ब्रह्मंडे सोई पिंडे, सारी कुदरत अंदर प्रेजेंट हो सकती है, टोटल कुदरत अंदर प्रेजेंट हो सकती है। ਇਹ ਤਾਂ ਇਸ ਮਨੁੱਖਾ ਜਨਮ ਨੂੰ ਦੁਰਲੱਭ ਕਿਹਾ ਹੈ, ਤਾਂ ਇਹਨੂੰ ਉੱਤਮ ਮੰਨਿਆ, ਇੱਥੋਂ ਤੱਕ ਇਹਨੂੰ ਲਿਜਾ ਸਕਦੇ ਆ। ਤਿੱਥੈ ਖੰਡ ਮੰਡਲ ਵਰਪੰਡ, ਇਸ ਅਵਸਥਾ ਵਿੱਚ ਸਭ ਖੰਡ ਮੰਡਲ ਅੰਦਰ ਹੀ ਮਹਿਸੂਸ ਹੋ ਜਾਂਦੇ। ਕਾਇਆ ਦੀ ਖੋਜ ਕਰਨੀ, ਸਰੀਰ ਦੀ ਖੋਜ ਕਰਨੀ, ਅੰਦਰ ਲੱਭਣਾ ਪਰਮਾਤਮਾ ਨੂੰ, ਇਹੀ ਸਭ ਤੋਂ ਵੱਡੀ ਤੀਰਥ ਯਾਤਰਾ ਹੈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਵੇਦਾ ਕਾਇਓ ਪੂਜੋ ਪਾਤੀ। ਸਰੀਰ ਦੀ ਖੋਜ ਹੀ ਮੇਰੇ ਵਾਸਤੇ ਅੰਦਰ ਵਸਦੇ ਦੇਵਤੇ ਲਈ ਧੂਪ ਦੀਪ ਨੈਵੇਦ ਹੈ। ਕਾਇਆ ਦੀ ਖੋਜ ਹੀ ਪੱਤਰ ਭੇਂਟ ਕਰਨਾ ਹੈ, ਕਾਇਆ ਦੀ ਖੋਜ ਹੀ ਪੂਜਾ ਹੈ। ਕਾਇਆ ਦੀ ਖੋਜ ਹੀ ਦੁੱਧ ਖੀਰ ਹੋਰ ਸਵਾਦਲੇ ਭੋਜਨਾਂ ਨੂੰ ਭੋਗ ਲਵਾਉਣਾ ਹੈ। ਕਾਇਆ ਬਹੁਖੰਡ ਖੋਜ ਤੇ ਨਵਨਿਧ ਪਾਈ, ਦੇਸ਼ ਦਸਾਂਤਰਾਂ ਚ ਖੋਜ ਕੇ ਆਖਰ ਪ੍ਰਭੂ ਦਾ ਨਾਮ ਜਪ ਕੇ ਇਸ ਸਰੀਰ ਦੇ ਅੰਦਰ ਹੀ ਨਾਮ ਰੂਪੀ ਨੌ ਨਿਧੀ ਲੱਭੀ। ਨਾ ਕਿਛ ਆਇਬੋ ਨਾ ਕਿਛ ਜਾਇਬੋ ਰਾਮ ਕੀ ਦੁਹਾਈ। ਹੁਣ ਮੇਰੀ ਕਾਇਆ ਦੇ ਵਿੱਚ, ਮੇਰੇ ਸਰੀਰ ਦੇ ਵਿੱਚ ਪਰਮਾਤਮਾ ਦਾ ਹੀ ਤੇਜ ਪ੍ਰਤਾਪ ਹੈ, ਉਸੇ ਦਾ ਨੂਰ ਹੈ, ਉਸੇ ਦੀ ਬਰਕਤ ਦੇ ਨਾਲ ਨਾ ਕੁਝ ਜੰਮਦਾ ਹੈ ਨਾ ਮਰਦਾ ਹੈ, ਭਾਵ ਮੈਂ ਜਨਮ ਮਰਨ ਤੋਂ ਮੁਕਤ ਹੋ ਗਿਆ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਇਹ ਸ੍ਰਿਸ਼ਟੀ ਦਾ ਰਚਨਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ। ਉਹੀ ਪਰਮਾਤਮਾ ਮਨੁੱਖਾ ਸਰੀਰ ਦੇ ਵਿੱਚ ਵੀ ਹੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤ ਗੁਰ ਹੋਏ ਲਖਾਵੈ। ਜੇ ਸਤ ਗੁਰ ਮਿਲ ਪਏ ਤਾਂ ਉਹ ਅਸਲੀਅਤ, ਪਰਲੇ ਤੋਂ ਪਰਲਾ ਤਤ, ਸ੍ਰਿਸ਼ਟੀ ਦਾ ਅਸਲ ਸੋਮਾ ਅੰਦਰੇ ਹੀ ਪ੍ਰਗਟ ਹੋ ਜਾਂਦਾ ਹੈ। ਮੁੜ ਕੇ ਆਓ, ਸੱਚ ਖੰਡੇ ਵਸੈ ਨਿਰੰਕਾਰ। ਸੋ ਖੰਡ ਦੇ ਡੱਡੇ ਨੂੰ ਸਿਹਾਰੀ ਹੈ ਇੱਥੇ ਹਿਰਦੇ ਦੇ ਵਿੱਚ, ਬਸ ਇਹ ਕੋਈ ਵੱਖਰਾ ਵਿਸ਼ਾ ਨਹੀਂ ਹੈ। ਚਾਰ ਹੀ ਚੀਜ਼ਾਂ ਨੇ ਜਿਹੜੀਆਂ ਅਸੀਂ ਵਿਚਾਰ ਲਈਆਂ ਨੇ, ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ। ਇਹ ਜਿਹੜਾ ਸੱਚਖੰਡ ਹੈ, ਸੱਚ ਦਾ ਪਰਮਾਤਮਾ ਦਾ ਵਾਸਾ ਸਾਡੇ ਹਿਰਦੇ ਦੇ ਅੰਦਰ ਹੈ। ਖੰਡ ਹੁੰਦਾ ਹੀ ਹਿਰਦਾ ਹੈ। ਸੱਚ ਖੰਡੇ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰਪੰਡ, ਜੇ ਕੋ ਕਥੈ ਤਾਂ ਅੰਤ ਨ ਅੰਤ, ਤਿੱਥੈ ਲੋ ਲੋ ਆਕਾਰ। ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ। ਸਭ ਕੁਛ ਅੰਦਰੇ ਮਹਿਸੂਸ ਹੋ ਸਕਦਾ ਹੈ। ਕੋਈ ਵੀ ਕਰਤੇ ਪੁਰਖ ਦੇ, ਅਕਾਲ ਪੁਰਖ ਦੇ ਪ੍ਰਸਾਰੇ ਦਾ ਅੰਤ ਨਹੀਂ ਕਰ ਸਕਦਾ। ਉੱਥੇ ਲੋਆਂ ਪੁਰੀਆਂ ਪ੍ਰਭ ਨੂਰ ਨਾਲ ਭਰੀਆਂ ਹੋਈਆਂ ਨੇ। ਜਿਵੇਂ ਜਿਵੇਂ ਨਿਰੰਕਾਰ ਦਾ ਹੁਕਮ ਵਰਤਦਾ ਹੈ, ਤਿਵੇਂ ਤਿਵੇਂ ਜੀਵ ਆਪਣੀ ਕਾਰ ਕਰਦੇ ਨੇ, ਕਰਮ ਭੋਗਦੇ ਨੇ। ਵੇਖੈ ਵਿਗਸੈ ਕਰ ਵਿਚਾਰ, ਪਰ ਬੰਦਗੀ ਕਰਨ ਵਾਲਾ ਕੇਵਲ ਆਨੰਦ ਹੀ ਮਾਣਦਾ ਹੈ। ਨਾਨਕ ਕਥਨਾ ਕਰੜਾ ਸਾਰ।
पर ये आनंद माणिया जा सकता है, कथिया नहीं जा सकता, बयान नहीं किया जा सकता। बयान करना औखा है। बयान करना औखा है। नानक कथना करड़ा सार, इस अवस्था का कथन करना औखा है। ये सिर्फ अनुभव ही किया जा सकता है। सार शब्द है इत्थे, सार। तू सागरो रत्नागरो हो, सार न जाना तेरी राम। पहरा अगन हिवै घर बांधा। पहरा अगन हिवै घर बांधा। भोजन सार कराई। जे मैं अग भी पहन लवां जां बर्फ विच घर बना लवां, भाव मेरे मन च इन्नी शक्ति आ जाए कि अग विच बर्फ विच बह जावां, लोहे नूं भोजन बना लवां, सगले दुख पानी कर पीवां, धरती हाक चलाई। मैं सारे दुख बड़े सौख नाल सहार सकां, सारी धरती नूं अपने हुक्म विच तोर सकां। धर ताराजी अंबर तोली पिछे टंक चढ़ाई। जे मैं आसमान नूं तकड़ी विच रख के ते पिछले छाबे विच चार मासे दा वट्टा पा के तोल सकां। एवड वधा मावा नाही, सब सह नथ चलाई। जे मैं अपने शरीर नूं इन्ना वधा सकां कि किते समा ही ना सकां, सारे जीवां नूं नथ के तोरां। इता तान होवे मन अंदर, करी पे आख कराई। जे मेरे मन विच इन्ना बल हो जे, जो चाहे करां ते आख के होरना पासों करावां। जेवड़ साहिब तेवड़ दाती, दे दे करे रजाई। नानक नदरी करे जिस उपर, सच नाम वड्याई। खसम प्रभु जिड्डा वड्डा आप है, उन्नियां ही उस दियां बख्शिशां ने। जे रजा दा मालक साईं होर भी दाता मैनू दे देवे। नानक जोत आखदी है, जिस बंदे उत्ते मेहर दी नजर करदा है, उस नूं सच्चे राम नाम दे राही वड्याई दी बख्शिश करदा है। इन्हां मानसिक ताकतां नालों वध के किते वध के नाम दी बरकत है। किते वध के नाम दी बरकत है। सच खंड वसै निरंकार, कर कर वेखै नदर निहाल। तिथै खंड मंडल वरपंड, जे को कथै ता अंत न अंत। तिथै लो लो आकार, जिव जिव हुक्म तिवै तिवकार। वेखै विकसै कर विचार, नानक कथना करड़ा सार। सो अवस्था नूं ते बयान ही नहीं किया जा सकता, जिहड़ी अपने हिरदे इस शरीर दे अंदर ही, हिरदे दे विच ही परमात्मा दी खोज करनी। उस अवस्था नूं बयान नहीं किया जा सकता। वाहिगुरु जी का खालसा, वाहिगुरु जी की फतेह।